ਉਹਨਾਂ ਨੂੰ ਕਹਿੰਦੇ ਨੇ ਕਿ ਤੁਸੀਂ ਸਿਆਸਤ ਨੂੰ ਖੇਡ ਦਾ ਰੂਪ ਦਿਓ। ਖੇਡ ਕੀ ਹੁੰਦਾ, ਇੱਥੇ ਦੋ ਪਾਰਟੀਆਂ ਖੇਡ ਕੇ ਚਲੀ ਜਾਣੀਆਂ, ਮੁੜ ਕੇ ਆਪਸ ਵਿੱਚ ਇਕੱਠੇ ਰਹਿਣਾ ਉਹਨਾਂ ਅਤੇ ਸਿਆਸਤ ਵਿੱਚ ਇਹਦੇ ਕੰਮ ਉਲਟ ਹੁੰਦਾ। ਉਹ ਸਿਆਸੀ ਆਦਮੀਆਂ ਨੂੰ ਵੀ ਇਹਨਾਂ ਕੋਲੋਂ ਸਿੱਖਿਆ ਲੈਣੀ ਚਾਹੀਦੀ ਹੈ ਅਤੇ ਖਿਡਾਰੀਆਂ ਨੂੰ ਇਹ ਚਾਹੀਦਾ ਕਿ ਉਹ ਕਿਸੇ ਬਦਲਾ ਲਊ ਭਾਵਨਾ ਵਿੱਚ ਕਦੇ ਵੀ ਨਾ ਸੋਚਣ। ਆਪਣੀ ਮਿਹਨਤ ਕਰੋ। ਤੁਸੀਂ ਜੋ ਕੁਛ ਆਪਣੇ ਗੁਰੂ ਤੋਂ ਉਪਦੇਸ਼ ਲਿਆ, ਭਜਨ ਪੁੱਛਿਆ, ਉਹ ਤਗੜੇ ਹੋ ਕੇ ਕਰਿਆ ਕਰੋ। ਮਨ ਤਗੜਾ ਹੋਵੇ ਅਤੇ ਸਰੀਰ ਨੂੰ ਚੁੱਕ ਕੇ ਲੈ ਜਾਂਦਾ। ਜੇ ਮਨ ਨੂੰ ਤਗੜਾ ਹੋਵੇ ਅਤੇ ਸਰੀਰ ਕਿੰਨਾ ਰਿਸ਼ਟ ਪੁਸ਼ਟ ਹੋਵੇ, ਉੱਠ ਕੇ ਤੁਰ ਨਹੀਂ ਸਕਦਾ। ਮਨ ਨੂੰ ਤਗੜਾ ਕਰਨ ਵਾਲੀ ਇੱਕੋ ਚੀਜ਼ ਹੈ ਜਿਹੜਾ ਨਾਮ ਸਿਮਰਨ ਸਵਰਨ ਦਾ। ਸੋ ਤੁਸੀਂ ਆਪਣੇ ਆਪਣੇ ਤਰੀਕੇ ਨਾਲ ਜੋ ਕੁਛ ਪੁੱਛਿਆ, ਪਰ ਸਭ ਵਾਸਤੇ ਵੇਲਾ ਅੰਮ੍ਰਿਤ ਵੇਲੇ ਦਾ, ਨਾਮ ਪਰਮਾਤਮਾ ਦਾ ਜਪਿਆ ਕਰੋ ਤਗੜੇ ਹੋ ਕੇ। ਇਹਦੇ ਨਾਲ ਸਾਡੇ ਸਤਿਗੁਰਾਂ ਨੇ ਜੋ ਕੁਝ ਬਾਣੀ ਦੁਆਰਾ ਲਿਖਿਆ, ਦੋਵਾਂ ਚੀਜ਼ਾਂ ਨੂੰ ਸਫਲਤਾ ਪ੍ਰਾਪਤ ਹੁੰਦੀ ਹੈ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਪਏ ਰੋਗਾ। ਦੋਵੇਂ ਚੀਜ਼ਾਂ ਰੋਗ ਹੋ ਜਾਂਦੀਆਂ ਨੇ। ਮੇਰਾ ਗਲਾ ਬੜਾ ਖਰਾਬ ਹੈ ਅਤੇ ਮੇਰੇ ਸ਼ਹਿਰ ਵਿੱਚ ਹੋਇਆ, ਖੰਘ ਆਉਂਦੀ ਹੈ। ਮੈਂ ਇੰਨੀ ਕੁ ਸੇਵਾ ਕਰਕੇ ਆਪ ਤੋਂ ਅੱਗੇ ਸਤਿਕਾਰਯੋਗ ਸਾਧ ਸੰਗਤ, ਮਨ ਬਿਰਤੀ ਇਕਾਗਰ ਕਰਨ ਲਈ, ਰਸਨਾ ਪਵਿੱਤਰ ਕਰਨ ਲਈ ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ। आपने बहुत ही एकता ਦਾ, ਸੰਜੀਦਗੀ ਦਾ ਅਤੇ ਪੇਸ਼ੈਂਸ ਵੀ ਹੁੰਦੀ ਹੈ, ਬੜੇ ਧੀਰਜ ਦਾ ਸਬੂਤ ਦਿੱਤਾ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਹੁਕਮਨਾਮੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਦੁਹਰਾਏ ਨੇ। ਖੇਮਾ ਧੀਰਜ ਵਾਲਿਆਂ ਦੇ ਗੁਰੂ ਅੰਗ ਸੰਗ। ਇਹ ਕਰਨੀ ਬੜੀ ਔਖੀ ਹੈ। ਜਦੋਂ ਇੱਕ ਬੰਦਾ ਸਾਹਮਣੇ ਜਾਪੇ ਵੀ ਇਹ ਗਲਤ ਗੱਲ ਮੇਰੇ ਸਾਹਮਣੇ ਕਰ ਰਿਹਾ, ਫਿਰ ਚੁੱਪ ਕਰਨਾ ਸਤਿਗੁਰੂ ਕਿਰਪਾ ਹੀ ਕਰੇ ਤਾਂ ਹੁੰਦਾ, ਬੜਾ ਮੁਸ਼ਕਿਲ ਹੈ। ਫਿਰ ਇਹ ਪਤਾ ਹੋਵੇ ਕਿ ਇਸ ਨੇ ਮੇਰੇ 'ਤੇ ਇੰਨਾ ਜ਼ੁਲਮ ਕੀਤਾ ਹੈ ਅਤੇ ਉਹਨੂੰ ਫਿਰ ਆਖਿਆ ਜਾਏ ਵੀ ਤੈਨੂੰ ਖਿਮਾ ਕੀਤੀ ਜਾਂਦੀ ਹੈ। ਇਹ ਦੋਵੇਂ ਗੱਲਾਂ ਬੜੀਆਂ ਔਖੀਆਂ ਨੇ, ਪਰ ਜੇ ਕਰ ਲਈਆਂ ਜਾਣ ਤਾਂ ਫਿਰ ਗੁਰੂ ਅੰਗ ਸੰਗ ਹੈ। ਗੁਰੂ ਨੂੰ ਅੰਗ ਸੰਗ ਕਰਨਾ ਅਤੇ ਇਹ ਕਰੋ, ਆਪਣੇ ਮਨ ਵਿੱਚ ਵਸਾਓ, ਸਤਿਗੁਰੂ ਕਿਰਪਾ ਕਰਨ ਅਤੇ ਸਾਡੇ ਅੰਦਰ ਖਿਮਾ ਧੀਰਜ ਆਵੇ। ਇਹਦੇ ਮੁਕਾਬਲੇ 'ਚ ਜਾਮ ਗੁਰੂ ਹੋਏ ਵੱਲ ਲੱਖ ਬਾਂਹ ਕਿਆ ਕੱਜਾ। ਸਤਿਗੁਰੂ ਆਪੇ ਸਾਧਨ ਬਣਾ ਦਿੰਦਾ ਉਸ ਤਰ੍ਹਾਂ ਦੇ ਜਿਹੜੇ ਸਾਡੀ ਸਮਝ ਤੋਂ ਬਾਹਰ ਦੇ ਨੇ। ਮੈਂ ਤੁਹਾਨੂੰ ਅਰਜ਼ ਬੇਨਤੀ ਕਰਾਂ ਭਈ ਮੇਰੇ ਆਪਣੇ ਵਿੱਚ ਬਹੁਤ ਸਾਰੀਆਂ ਖਾਮੀਆਂ ਨੇ, ਜਿਹੜੀਆਂ ਕਰਕੇ ਮੈਂ ਇਸ ਤਰ੍ਹਾਂ ਸਮਝਦਾ ਕਿ ਮੇਰੀ ਇਹ ਗਲਤੀ ਹੈ ਕਿ ਮੈਂ ਇੰਨਾ ਚਿਰ ਇੱਥੇ ਸਾਧ ਸੰਗਤ ਦੇ ਦਰਸ਼ਨ ਘੱਟ ਕਰ ਸਕਿਆ, ਨਹੀਂ ਇੱਥੇ ਆਇਆ। ਅਤੇ ਮੈਨੂੰ ਕਈ ਆਦਮੀ ਆਉਂਦੇ ਨੇ ਵੀ ਤੇਰੇ ਨਾ ਆਉਣ ਕਰਕੇ ਇਸ ਤਰ੍ਹਾਂ ਦੀ ਹਾਲਤ ਹੋ ਗਈ ਹੈ। ਸੱਚ ਬਾਈ ਕਿਰਪਾ ਕਰਨ ਅਤੇ ਤੁਸੀਂ ਅਰਦਾਸ ਕਰੋ ਸਤਿਗੁਰਾਂ ਦੇ ਚਰਨਾਂ 'ਚ ਕਿ ਮੇਰੇ ਮਨ ਨੂੰ ਇਹ ਬਲ ਮਿਲੇ ਕਿ ਜਿਹੜੀ ਗੁਰਮਤਿ ਹੈ ਉਸ ਦਾ ਸੰਚਾਰ ਸਾਡੇ ਅੰਦਰ ਹੋਵੇ ਅਤੇ ਸਤਿਗੁਰਾਂ ਦੇ ਜਿਹੜੇ ਉਪਦੇਸ਼ ਸੁਣੀਦੇ ਨੇ ਉਹ ਅਸੀਂ ਆਪਣੇ ਜੀਵਨ ਵਿੱਚ ਸਾਕਾਰ ਕਰ ਸਕੀਏ। ਤੁਸੀਂ ਇੱਥੇ ਆਏ ਹੋ, ਬਹੁਤ ਕਿਰਪਾ ਸਾਧ ਸੰਗਤ ਨੇ ਕੀਤੀ ਹੈ। ਇੰਨੀ ਸਾਧ ਸੰਗਤ ਇਕੱਠੀ ਹੋਈ ਹੈ ਜਿਹੜੀ ਮੇਰੀ ਸਮਝ ਤੋਂ ਬਾਹਰ ਦੀ ਗੱਲ ਹੈ ਵੀ ਇਹ 2 ਏਕੜ ਤੋਂ ਸ਼ਾਇਦ ਵੱਧ ਹੋਵੇਗਾ ਥਾਂ ਜਿੱਥੇ ਸਾਧ ਸੰਗਤ ਸਮਾਈ। ਇੱਥੇ ਬੜਾ ਘੱਟ ਕਿਤੇ ਰੰਗਦਾਰ ਕੱਪੜਾ ਦੱਸਿਆ ਨਹੀਂ, ਅਤੇ ਲੱਗਦਾ ਇਹ ਸੀ ਵੀ ਇੱਥੇ ਇੰਨੇ ਰੰਗਦਾਰ ਕੱਪੜੇ ਹੁੰਦੇ ਨੇ ਜਿਹਦਾ ਕੋਈ ਹਿਸਾਬ ਹੀ ਨਹੀਂ। ਕਦੇ ਕਦੇ ਵਿਆਹ 'ਤੇ ਆ ਕੇ ਵੇਖਿਆ ਵੀ ਬਹੁਤ ਹੋਰ ਤਰ੍ਹਾਂ ਦਾ ਲੱਗਦਾ ਕੰਮ। ਇਸੇ ਤਰ੍ਹਾਂ ਹੀ ਤੁਸੀਂ ਸਿੱਧੇ ਸਾਦੇ ਕੱਪੜੇ ਸਤਿਗੁਰਾਂ ਦੇ ਹੁਕਮ ਅਨੁਸਾਰ, ਚਿੱਟੇ ਬਸਤਰ, ਘੱਟ ਤੋਂ ਘੱਟ ਦੀਵਾਨ ਵਿੱਚ ਜਦੋਂ ਆਉਣਾ ਜਾਂ ਘਰ ਵਿੱਚ ਨਿਤਨੇਮ ਵਿੱਚ ਬੈਠਣਾ, ਪੂਰਾ ਠੀਕ ਪਹਿਰਾਵਾ ਪਾ ਕੇ ਚਰਨ ਧੋ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਮਨ ਲਾ ਕੇ ਬੈਠੋ। ਇਹ ਪਤਾ ਨਹੀਂ ਕਿੰਨੇ ਦਿਨ ਦੀ ਖੇਡ ਹੈ ਸੰਸਾਰ ਦੇ ਉੱਤੇ, ਇੱਥੋਂ ਅਸਾਂ ਜਾਣਾ ਹੀ ਜਾਣਾ।
ਤੇ ਸਾਡੇ ਮਨ ਵਿੱਚ ਬੜੀਆਂ ਖਾਮੀਆਂ ਤੇ ਬੜੇ ਸਾਡੇ ਔਗਣ ਨੇ, ਪਰ ਸਤਿਗੁਰੂ ਬਹੁਤ ਵੱਡਾ ਦਿਆਲੂ ਹੈ। ਸਤਿਗੁਰਾਂ ਦੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਹੁਕਮਨਾਮੇ ਵਿੱਚ ਲਿਖਿਆ ਹੈ, ਸਾਡੇ ਮਨ ਵਿੱਚ ਕਿਵੇਂ ਹੋਵੇ ਸਤਿਗੁਰੂ ਸਦਾ ਦਿਆਲੂ ਹੈ। ਕੁਝ ਇਸ ਤਰ੍ਹਾਂ ਦੇ ਸ਼ਬਦ ਨੇ। ਤੋ ਉਸ ਦੀ ਦਿਆਲਤਾ ਵੱਲ ਧਿਆਨ ਕਰੋ ਕਿ ਜੇ ਸਾਨੂੰ ਸਾਹ ਆਉਂਦਾ ਹੈ ਨਾ ਤਾਂ ਉਸ ਦੀ ਕਿਰਪਾ ਨਾਲ ਆਉਂਦਾ। ਜੇ ਨਾ ਕਿਰਪਾ ਹੋਵੇ ਤਾਂ ਇੱਕਦਮ ਉੱਥੇ ਹੀ ਸਾਹ ਰੁਕ ਜਾਂਦਾ। ਜੇ ਅਸੀਂ ਰੱਜ ਕੇ ਰੋਟੀ ਖਾਂਦੇ ਹਾਂ ਤਾਂ ਉਸ ਦੀ ਕਿਰਪਾ ਨਾਲ। ਸਤਿਗੁਰਾਂ ਦਾ ਹੁਕਮ ਹੈ ਕਿ ਜਿਹੜਾ ਥਾਲੀ ਧੋ ਕੇ ਪੀਏਗਾ ਨਾ ਉਹ ਭੁੱਖਾ ਨਹੀਂ ਮਰਦਾ। ਇਹ ਥੋੜ੍ਹਾ ਜਿਹਾ ਕੰਮ ਹੈ ਵੀ ਅੰਨ ਦੀ ਬੇਅਦਬੀ ਨਹੀਂ ਕਰਨੀ, ਰੋਲਣਾ ਨਹੀਂ, ਅਤੇ ਇੰਨੇ ਨਾਲ ਅਸੀਂ ਭੁੱਖੇ ਨਹੀਂ ਮਰਨਾ। ਅਤੇ ਇੱਕ ਪਾਸੇ ਦੁਨੀਆ, ਇੱਕ ਪਾਸੇ ਹੈ ਸਤਿਗੁਰੂ ਵਾਲਾ ਪਾਸਾ। ਇਹ ਬੜਾ ਔਖਾ ਕੰਮ ਹੈ ਭਈ ਵੱਡੇ ਵੱਡੇ ਰਿਸ਼ਤੇਦਾਰ, ਦੋਸਤ ਮਿੱਤਰ, ਅਫਸਰ, ਸਾਡੇ ਯਾਰ ਦੋਸਤ ਹੋਣ, ਮਿੱਤਰ ਹੋਣ, ਰਿਸ਼ਤੇਦਾਰ ਹੋਣ, ਅਤੇ ਉਹਨਾਂ ਨੂੰ ਛੱਡ ਕੇ ਫਿਰ ਅਸੀਂ ਗੁਰਮਤਿ ਵਾਲੇ ਪਾਸੇ ਤੁਰੀਏ। ਇਹ ਔਖਾ ਕੰਮ ਜਿਹੜਾ ਕਰ ਲੈਂਦਾ ਉਹ ਹੀ ਆਦਮੀ ਸੌਖਾ ਹੋ ਸਕਦਾ। ਸਾਰੀ ਦਿਹਾੜੀ ਮਜ਼ਦੂਰੀ ਕਰਕੇ ਜਿੰਨੇ ਪੈਸੇ ਮਿਲਦੇ ਨੇ ਉਹ ਸੁੱਖ ਵਾਸਤੇ ਆਦਮੀ ਲੈਂਦਾ। ਪਰ ਇਹ ਸਤਿਗੁਰਾਂ ਦਾ ਹੁਕਮ ਜਿਹੜਾ 1 ਘੰਟਾ ਨਾਮ ਸਿਮਰਨ ਕਰਨ ਦਾ, ਉਹ ਸਾਡੇ ਕੋਲੋਂ ਨਹੀਂ ਹੋ ਰਿਹਾ। ਤੁਸੀਂ ਜਿੰਨੇ ਇੱਥੇ ਆਏ ਹੋ, ਜਿੰਨੇ ਮੇਰੀ ਗੱਲ ਸੁਣਦੇ ਹੋ, ਅੱਜ ਪ੍ਰਣ ਕਰਕੇ ਜਾਓ ਵੀ 1 ਘੰਟਾ ਨਾਮ ਸਿਮਰਨ ਅਸਾਂ ਜ਼ਰੂਰ ਕਰਨਾ, ਭਾਵੇਂ ਤਾਪ ਵੀ ਚੜ੍ਹਿਆ ਹੋਵੇ। ਇਹ ਨਹੀਂ ਛੱਡਣਾ। ਨਾਮ ਬੜੀ ਚੰਗੀ ਚੀਜ਼ ਹੈ, ਪਰ ਉਸ ਤੋਂ ਚੰਗੀ ਚੀਜ਼ ਇਹ ਹੈ ਕਿ ਜਿਹੜਾ ਸਤਿਗੁਰਾਂ ਦਾ ਹੁਕਮ ਕਰਕੇ ਅਸੀਂ ਨਾਮ ਜਪਣਾ। ਆਪਣੇ ਆਪ ਨਾਮ ਜਪੇ। ਤੁਹਾਨੂੰ ਪਤਾ ਕਿ ਸੜਕ ਦੇ ਉੱਤੇ ਜਿਹੜੇ ਬਾਹਰ ਟੋਏ ਪਾਏ ਹੁੰਦੇ ਨੇ ਨਾ, ਉਹਨਾਂ 'ਚੋਂ ਮਿੱਟੀ ਪੁੱਟ ਕੇ ਨਾ ਸੜਕ 'ਤੇ ਪਾਉਂਦੇ ਨੇ। ਜਿਹੜੇ ਮਜ਼ਦੂਰ ਹੁੰਦੇ ਨੇ ਉਹਨਾਂ ਨੂੰ ਉਜਰਤ ਮਿਲਦੀ ਹੈ, ਉਹਨਾਂ ਨੂੰ ਪੈਸੇ ਮਿਲਦੇ ਨੇ, ਪਰ ਉਹਨਾਂ ਨੂੰ ਮਿਲਦੇ ਨੇ ਜਿਹਨਾਂ ਨੂੰ ਮਨਜ਼ੂਰੀ ਮਿਲੀ ਹੁੰਦੀ ਹੈ ਕਿ ਤੁਸੀਂ ਇਸ ਸੜਕ ਤੋਂ ਜੋ ਪੁੱਟ ਕੇ ਮਿੱਟੀ ਇੱਥੋਂ ਟੋਏ ਪਾਉਣੇ ਨੇ, ਮਿੱਟੀ ਪਾਉਣੀ ਸੜਕ 'ਤੇ। ਜਿਹੜਾ ਆਪਣੇ ਆਪ ਜਾ ਕੇ ਪੁੱਟਿਆ ਨਾ ਉਹਨੂੰ ਜੁਰਮਾਨਾ ਕਰ ਦਿੰਦੇ ਨੇ। ਉਹ ਸਤਿਗੁਰਾਂ ਦੇ ਹੁਕਮ ਵਿੱਚ ਜਿਹੜਾ ਨਾਮ ਜਪਣਾ, ਤੁਸੀਂ ਜਪਜੀ ਸਾਹਿਬ ਪੜ੍ਹਦੇ ਹੋ, ਸੁਣਦੇ ਹੋ, ਤੀਰਥ ਨਾਵਾ ਜੇ ਤਿਸ ਪਾਵਾ, ਵਿਣ ਪਾਣੇ ਕੇ ਨਾਈ ਕਰੀ। ਅਨੇਕ ਉਪਾਵ ਚਿਤਵੀਐ ਬਹੁ ਤੇਰੇ, ਸਾਹ ਹੋਵੇ ਜੇ ਬਾਤ ਹੋਵੇ ਨਹੀਂ। ਸਾਡਾ ਕੀਤਾ ਨਹੀਂ ਕੁਛ ਹੁੰਦਾ, ਸਤਿਗੁਰੂ ਕਿਰਪਾ ਕਰਦਾ ਹੈ ਅਤੇ ਸਾਨੂੰ ਚੰਗਾ ਪਾਸਾ ਦਿਸਦਾ। ਸਤਿਗੁਰਾਂ ਦੇ ਹੁਕਮ ਵਿੱਚ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਉਪਦੇਸ਼ ਦਿੱਤਾ, ਸਾਧ ਸੰਗਤ ਵਿੱਚ ਆਇਆ ਕਰੋ ਅਤੇ ਸਾਧ ਸੰਗਤ ਨੂੰ ਸਾਧ ਸੰਗਤ ਜਾਣ ਕੇ ਆਇਆ ਕਰੋ। ਮੇਰਾ ਦੋਸਤ ਆਇਆ ਉਸ ਵਿਆਹ 'ਤੇ ਮੈਂ ਤਾਂ ਜਾਣਾ, ਮੇਰਾ ਰਿਸ਼ਤੇਦਾਰ ਆਇਆ ਤਾਂ ਜਾਣਾ, ਉਹ ਗੁੱਸੇ ਹੋ ਜਾਏਗਾ ਪਰ ਤਾਂ ਜਾਣਾ ਜੇ ਨਾ ਮੈਂ ਗਿਆ। ਇਸ ਤਰ੍ਹਾਂ ਨਹੀਂ, ਸਾਧ ਸੰਗਤ ਨੂੰ ਸਾਧ ਸੰਗਤ ਜਾਣ ਕੇ ਆਓ, ਫਿਰ ਕਿਸੇ ਗੱਲ ਦਾ ਘਾਟਾ ਨਹੀਂ। ਤੁਸੀਂ ਸਾਰਾ ਦਿਨ ਕੰਮ ਕਰਦੇ ਹੋ, ਵਿਹਾਰ ਕਰਦੇ ਹੋ, ਤੁਹਾਡੇ ਅੰਦਰ ਬੜੀਆਂ ਗਲਤ ਸੋਚਾਂ ਆਉਂਦੀਆਂ ਨੇ। ਮੈਨੂੰ ਇੱਕ ਗੱਲ ਯਾਦ ਆ ਗਈ, ਬੀਬੀ ਮਹਿੰਦਰ ਕੌਰ ਗਿੱਲ ਹੈਗੇ ਨੇ, ਇੱਕ ਮਾਤਾ ਸੁੰਦਰੀ ਕਾਲਜ, ਮਾਤਾ ਸੁੰਦਰੀ ਕਾਲਜ ਦੇ ਉਹ ਪ੍ਰਿੰਸੀਪਲ ਡਾਕਟਰ ਮਹਿੰਦਰ ਕੌਰ। ਉਹਨਾਂ ਨੇ ਆਪਣਾ ਇੱਕ ਲੇਖ ਲਿਖਿਆ ਅਤੇ ਉਹਦੇ 'ਚ ਉਹਨੇ ਲਿਖਿਆ ਕਿ ਮੈਂ ਜਦੋਂ ਸਭ ਤੋਂ ਪਹਿਲੋਂ ਇੱਕ ਆਦਮੀ ਦੇ ਦਰਸ਼ਨ ਕੀਤੇ ਅਤੇ ਨਾਮਧਾਰੀ ਦੇ, ਅਤੇ ਉਹਦੀ ਰਸਨਾ ਹਿਲਦੀ ਅਤੇ ਨਾਮ ਜਪੀ ਜਾਂਦਾ ਸੀ। ਉਹ ਉਹਨਾਂ ਨੇ ਪ੍ਰੀਤਮ ਸਿੰਘ ਕਵੀ ਨੂੰ ਵੇਖਿਆ ਸੀ, ਉੱਥੇ ਲਿਖਿਆ ਉਹਨਾਂ ਨੇ। ਇਹ ਆਪਾਂ ਵੀ ਕਰ ਸਕਦੇ ਹਾਂ, ਪਰ ਸਾਡੇ ਧਿਆਨ ਵਿੱਚੋਂ ਗੱਲ ਭੁੱਲ ਜਾਂਦੀ ਹੈ ਕਿ ਜੇ ਸਾਹ ਆਉਣਾ ਤਾਂ ਸਤਿਗੁਰੂ ਦੀ ਕਿਰਪਾ ਨਾਲ ਆਉਣਾ, ਨਹੀਂ ਤਾਂ ਬਾਹਰ ਦਾ ਬਾਹਰ ਰਹਿ ਜਾਣਾ, ਅੰਦਰ ਨਹੀਂ ਮੁੜ ਕੇ ਆਉਣਾ ਉਹਨੇ। ਅਤੇ ਉਹ ਕਿਹੜਾ ਵੇਲਾ ਹੋਣਾ ਜਿਸ ਵੇਲੇ ਸਾਡਾ ਸਾਹ ਮੁੱਕ ਜਾਣਾ, ਇਹ ਵੀ ਸਾਨੂੰ ਨਹੀਂ ਪਤਾ। ਇੱਕ ਬਾਹਰਲੇ ਮਹਾਤਮਾ ਨੇ ਲਿਖਿਆ, ਸਵਾਸ ਸਵਾਸ ਹਰਿ ਨਾਮ ਜਪ, ਬ੍ਰਿਥਾ ਸਵਾਸ ਮਤ ਖੋਏ, ਕਿਆ ਜਾਣਾ ਜੋ ਅੰਤ ਕਾ ਇਹੀ ਸਵਾਸ ਮਤ ਹੋਏ। ਬਾਣੀ ਵਿੱਚ ਸਤਿਗੁਰਾਂ ਨੇ ਲਿਖਿਆ, ਗੱਗਾ ਗੋਬਿੰਦ ਗੁਣ ਰਵਹੁ ਸਾਸ ਸਾਸ ਜਪ ਨੀਤ, ਕਹਾ ਬਿਸਾਸਾ ਦੇਹ ਕਾ ਬਿਲਮ ਨਾ ਕਰਿਓ ਮੀਤ। ਪਰ 1 ਘੰਟਾ ਇਹ ਵੀ ਸਾਡੇ ਕੋਲ ਨਹੀਂ ਹੁੰਦਾ। ਤੁਸੀਂ ਇਹ ਪ੍ਰਣ ਕਰਕੇ ਜਾਓ, ਜਿਹੜਾ ਤੁਹਾਨੂੰ ਮਿਲੇ ਉਹਨੂੰ ਇਹ ਪੁੱਛੋ ਵੀ ਤੂੰ 1 ਘੰਟਾ ਕਰਦਾ ਕਿ ਨਹੀਂ ਕਰਦਾ, ਆ ਕੇ ਕਰਾਓ। ਜਿਹੜੇ ਭੈੜੇ ਕੰਮ ਵਾਲੇ, ਸ਼ਰਾਬ ਵਾਲੇ, ਥੋੜ੍ਹੀ ਜਿਹੀ ਦਵਾਈ ਵਜੋਂ ਪੀ ਲੈ, ਕਿਸੇ ਨਾ ਕਿਸੇ ਨਾਲ ਡੇਗਦੇ ਨੇ।
पर तुसी एक तो काम करो, दूसरा एक एक पाठ हर महीने का एक घर प्रति आर या दसम का जरूर करो सतगुरु राम सिंह के दर्शन निमित्त। कि सतगुਰਾਂ ने हुक्म दिता है कि ਜਿਹੜੇ आने सन तुहाडे निमित्त सरबंस लाउणा वो हुण मेरे निमित्त पाठ भोग वरनियां ये कराओ। किड्डी वड्डी गल है। फिर इसनूं सही रूप च सिरे चाढ़न वास्ते ये बहुत जरूरी है कि तुसी टीवी के उत्ते गलत फिल्मां जां कोई चीज़ां ना वेखो। तुसी किसी के घर जाते हो, कोई मांस खांदा, कोई शराब पींदा, उन्होंने आखो भी मैं तेरे घर आ जावांगा तो तेरे को रोटी भी खा लवांगा, पर जे तू यह काम छड्ड दे तो वेखो जथेदारां नालों किन्ना वध तुसीं प्रचार कर सकते हो, तो जरूर छड्डणगे। इस दे मगर ताकत सतगुरू दी है, सतगुरू की कृपा बिना कोई चीज़ नहीं चलती। जे असीं अपनी मर्जी करिए तो फिर सानू उसका नतीजा उहो जिहा मिलता है, पर जे सतगुरू की मर्जी करिए तो फिर साडा जीवन इत्थे ते अगे वास्ते दोवां वास्ते सौर जांदा है। कह प्रभ अवर अवर विद कीजै सब बाद सिगार फूकट फूकटैया। नितनेम करना, भजन बाणी करना, जे सतगुਰਾਂ ਦੇ हुक्म ਵਿੱਚ नहीं चलते तो ये सारे शिंगार साढ़े किसी काम नहीं आते गुरबाणी अनुसार। सतगुरु प्रताप सिंह सच्चे पातशाह के उपदेश ये रिकॉर्ड होया है, सतगुर की बाणी सत सत कर जानो गुर सिखो हर करता आप मोह कढ़ाए। फिर सेवक सिख पूजन सब आवा है सब गावा है हर हर उत्तम बाणी गाव्या सुनिया तिनका हर थाए पावा जिन सतगुर की आज्ञा सत सत कर मानी। तुहाडे सामने इत्थे सतगुरु प्रताप सिंह सच्चे पातशाह वेले किन्ने संकट आए, पर सतगुਰਾਂ ने बहुत धीरज ते सहनशीलता तो काम आप लिया। तो तुहाडे कोलों कईयां ने आखना जी असीं बराबर दी जमानतां कराउणियां, सतगुਰਾਂ आखिया नहीं कराउणियां, किसी दी नहीं कराउणियां। तो वो थोड़े चिर बाद वो जमानतां खत्म हो गई। वो हुक्म सतगुਰਾਂ ਦਾ ਸੀ। तो मैं ਤੁਹਾਨੂੰ ਇਹ अर्ज बेनती करांगा, प्यार नाल प्रेम नाल एक दूजे नूं आसरा दे के उठा के सतगुरू वाले पासे लाओ, सतगुरू के नाम वाले पासे लाओ, ताकि साडा जीवन सफल होवे। इत्थों जाण वेले असीं सही राह ते जाइए। जस जीवन बारे तुसां बड़ा कुछ सुनिया, पढ़दे भी होवोगे पढ़ोगे भी। ਉਹਦੇ ਚੋਂ पढ़ के ਤੁਸੀਂ ਵੇਖੋ ਭਈ ਅਸੀਂ ਉਸ ਦੇ ਮੁਤਾਬਕ ਕਿੱਥੇ ਕਹਿ ਗਏ ਹਾਂ ਤੇ ਕਿਹੜੇ ਸਾਧਨਾਂ ਨਾਲ ਅਸੀਂ ਉਸ ਦੇ ਮੁਤਾਬਕ ਹੋ ਸਕਦੇ ਹਾਂ। फरीद जी ने लिखिया आप सवारा है मैं मिला है, मैं मिलिया सुख होए, जे तू मेरा होए ना सब जग तेरा होए। मैं यही अर्ज करके आप तो आगे लावांगा। मैं कुछ नहीं आखना। परम सत्कारयोग साध संगत बीबी शैलजा जी, जगदीश नेहरा जी, मनीराम जी, आपने विद्वानों के विचार सुने ने। इत्थे एक धार्मिक संस्था विच धार्मिक दीवान विच तुसीं आए हो। तुसां हुणे हुणे सुनिया मनीराम जी ने बड़ी खूबसूरती नाल दसिया कि कांग्रेस पार्टी नूं जिहड़ी सिक्ख्या मिली वो सतगुरु राम सिंह सच्चे पातशाह की कृपा नाल उस लीह ते चल के वो सफलता प्राप्त हुई। उन्होंने सिर्फ भारत में ही नहीं होर अफ्रीकन देशों नूं ते बहुत सारिਆਂ नूं ये राह अपनाना पिया ते उस नाल उन्होंने सफलता प्राप्त की बगैर खून खराबे तो, बगैर किसी लड़ाई झगड़े तो। सतगुरु राम सिंह ने एक राह दसिया जिसनूं सारिਆਂ ने अपनाया। असीं सियासत विच रहिंदे हां, दखल भी दिंदे हां,
पर सिर्फ फर्क इन्ना है कि धर्म के उत्ते सियासत नूं नहीं चढ़न दिंदे। जिस नाल सानू सफलता प्राप्त हुंदी है। बीबी जी नूं शायद नहीं पता होना, जे याद होवेगा भी, चौधरी दलबीर सिंह जी नूं जदों इत्थों मैंबर पार्लीमेंट की टिकट मिली सी ते असीं बड़ी मुश्किल नाल अपने आप नूं उन्हां नूं वोटां देण विच सफलता प्राप्त की। जिन्ना चौधरी दलबीर सिंह जी साडे नाल घुले मिले सन, जी करदा बीबी जी भी साडे नाल इस तरह आउण जाण लगन, विचार साझे करन, मिलदे गिलदे रहन, साडे इलाके नूं होर भी ज़्यादा सफलता प्राप्त हो सकती है। जगदीश नेहरा जी ने जदों तो तुरे ने साडे नाल पूरा साथ दिता है। ते मैं नहीं भी गया, इन्होंने पता लग गया कि मैं काम चाहुंदा, उत्थे इन्होंने कर दिता। मनी राम जी हर वेले तत्पर रहिंदे ने इस गल दे उत्ते कि इत्थों किहड़ी गल आखी जाती है उसनूं असीं पूरा करने की कोशिश करिए। इलाके की तरक्की वास्ते जिहड़ी साडी सियासत है, सगुरां दी किरपा नाल सड़कां साध संगत ने बनाईयां इकट्ठियां होके, बाग लाए ते होर कोई तरक्की दे काम बहुत सारे कीते ने। हस्पताल वास्ते इत्थे थोड़ी जी मेरे ख्याल चर्चा हुई, आख्या किसी ने ते सरकार बना देवे तो बहुत वधिया है, पर जे सरकार ना बना सकी तो सगुरां दी किरपा नाल साध संगत बनाएगी। बहुत जरूरी चीज़ ये है कि सहनशीलता तो काम लिया जाए, धीरज तो काम लिया जाए। जदों कोई आदमी उच्चा नीवा बोले तुसीं धीरज करो, तो जदों कोई आदमी गलती मन लैंदा तो तुहाडे हिसाब नाल बहुत वड्डी गलती है, उसनूं खिमा कर दिओ। ये सब तो वड्डा हथियार है जिहदे नाल सानूं सफलता प्राप्त हो सकती है। दर्शन सिंह होरां ने बहुत वधिया गल्लां कीतियां ने, ते जिहड़ी आखिरी गल सी सब तो वधिया सी कि मन जिहड़ा ना वो ठीक होना चाहिए साडा। जदों असीं खेतीबाड़ी करन लगदे हां, जिहड़े जिहड़े पहलों सरीर इत्थे आए ने उन्होंने पता है कि इत्थे अद्धा अद्धा एकड़ कणक दे दाने चिड़ियां ही खा जांदियां सन, चूहे खा जाते सन। ठीक है, हौली हौली तुरे हो इधर नूं, तुरद्यां तुरद्यां तुहानूं सफलता प्राप्त हुई है। तुसीं कोई विहार का काम करते हो, जदों तुसीं शुरू होंदे हो उस तो थोड़े सालों बाद तुहानूं पता लग जाता है कि विहार इस तरह चलेगा। तुहानूं पता है काका उदय सिंह जिहड़ा है उसने बेंगलोर जाके बड़ी छोटी स्केल तो काम शुरू किया। वो बी पैदा करन लगे, फिर हौली हौली अमेरिका गए, यूरोप गए, जापान गए, उत्थों बिजनेस लिया। उन्होंने हौली हौली कुछ सालों बाद इन्नी जानकारी हो गई है कि उसने कोई डिग्री क्वालीफाई नहीं की, पर जिहड़े डिग्री क्वालीफाइड ने ना जिहड़े वो उहदे कोलों पुछ के तुरदे ने, MSc वगैरह जिन्ने ने। सो मेरा सिर्फ मतलब ये है भी इन्निया कामां 'च सानूं सफलता हो जाती है, मन के काम 'च क्यों नहीं सफलता होगी जो आप इस पासे लगांगे। तो ये कोशिश करो कि जिस तरह मैं बहुत सालों बाद इत्थे आके अपनी गलती महसूस की है, तो मेरा एक ख्याल सी भई इत्थे बहुत रंग बिरंगे कपड़े होणगे, पर सगुरां ने कृपा की है,
ਸਾਰੇ ਚਿੱਟੇ ਕੱਪੜਿਆਂ ਨਾਲ ਸਾਨੂੰ ਦਿਸਦੇ ਨੇ। ਕੋਈ ਇੱਕ ਅੱਧਾ ਵਿੱਚ ਹੋਵੇ ਤਾਂ ਕਹਿਣ ਵਾਲੀ ਗੱਲ ਨਹੀਂ। ਜਿਸ ਤਰ੍ਹਾਂ ਬਾਹਰ ਦੀ ਗੱਲ ਠੀਕ ਹੋਈ ਹੈ, ਇਸ ਤਰ੍ਹਾਂ ਹੀ ਇਹ ਵੀ ਕੋਸ਼ਿਸ਼ ਕਰੋ ਕਿ ਸਾਡੇ ਮਨ ਜਿਹੜੇ ਨੇ ਉਹ ਸਤਿਗੁਰੂ ਵਾਲੇ ਪਾਸੇ ਲੱਗਣ, ਕਿਉਂਕਿ ਸਾਡਾ ਧਰਮ ਜਿਹੜਾ ਉਹ ਇਹ ਹੈ ਕਿ ਗਊ ਅਤੇ ਗਰੀਬ ਦੀ ਰੱਖਿਆ ਕਰਨੀ। ਇਹਦੇ ਵਿੱਚ ਸਿਆਸਤ ਕਿਹੜੀ ਲਾਂਭੇ ਰਹਿ ਜਾਂਦੀ ਮੈਨੂੰ ਸਮਝ ਨਹੀਂ ਆਉਂਦੀ। ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਐਡਾ ਵੱਡਾ ਕੰਮ ਕੀਤਾ, ਇੱਥੇ ਕਿੰਨੇ ਗਰੀਬ ਵਸਾਏ ਨੇ, ਇਹਦੀ ਕੋਈ ਮਿਸਾਲ ਨਹੀਂ ਮਿਲਦੀ। ਅੱਗੇ ਨੂੰ ਵੀ ਕੋਈ ਇਸ ਤਰ੍ਹਾਂ ਦਾ ਚਾਨਣ ਨਹੀਂ ਦਿਸਦਾ ਕਿ ਕਿਸ ਤਰ੍ਹਾਂ ਸਤਿਗੁਰਾਂ ਨੇ ਪਾਕਿਸਤਾਨ ਬਣਨ ਤੋਂ ਪਹਿਲਾਂ ਸਾਰਿਆਂ ਨੂੰ ਆਖਿਆ ਕਿ ਨਿਕਲਿਓ। ਸਿਰਫ ਨਾਮਧਾਰੀਆਂ ਨੂੰ ਹੀ ਨਹੀਂ, ਜਿਹੜੇ ਵੀ ਵਚਨ ਮੰਨਣ ਵਾਲੇ ਸੁਣਨ ਵਾਲੇ ਸਨ ਸਾਰਿਆਂ ਨੂੰ ਆਖਿਆ ਕਿ ਜੇ ਮੇਰੀ ਗੱਲ ਠੀਕ ਨਾ ਹੋਈ ਤਾਂ ਫਿਰ ਵਾਪਸ ਆ ਜਾਇਓ, ਇੱਕ ਵਾਰ ਨਿਕਲ ਆਓ ਇੱਥੋਂ। ਜਿਹੜੇ ਨਿਕਲੇ ਉਹ ਸੁਖੀ ਰਹੇ। ਸੋ ਇੱਥੇ ਲਿਆ ਕੇ ਆਪਣੇ 'ਤੇ ਬੜੀਆਂ ਤਕਲੀਫਾਂ ਚੱਲ ਕੇ ਤੁਹਾਨੂੰ ਵਸਾਇਆ। ਤੁਹਾਨੂੰ ਇਹ ਪਤਾ ਹੈ ਕਿ ਦਰਖਤ ਜਿਹੜਾ ਨਾ ਉਹ ਆਪਣੀ ਛਾਵੇਂ ਆਪ ਨਹੀਂ ਬਹਿੰਦਾ, ਆਪ ਧੁੱਪ ਚੱਲਦਾ, ਹਨੇਰੀ ਚੱਲਦਾ, ਸਭ ਕੁਝ ਚੱਲਦਾ, ਲੋਕਾਂ ਨੂੰ ਸੁੱਖ ਦਿੰਦਾ ਥੱਲੇ ਬਹਾ ਕੇ। ਨਦੀ ਆਪਣਾ ਪਾਣੀ ਆਪ ਨਹੀਂ ਪੀਂਦੀ, ਲੋਕ ਉਸ ਤੋਂ ਫਾਇਦਾ ਉਠਾਉਂਦੇ ਨੇ। ਸਤਿਗੁਰੂ ਜੀ ਹੁਕਮ ਕਰਿਆ ਕਰਦੇ ਸਨ ਇਹ ਰਸਾਇਣੀ ਜਿਹੜਾ ਜਿੱਥੇ ਬੈਠਾ ਹੋਵੇ, ਜੇ 12 ਕੋਹ ਤੱਕ ਕੋਈ ਭੁੱਖਾ ਮਰਦਾ ਤਾਂ ਰਸਾਇਣੀ ਨੂੰ ਪਾਪ ਲੱਗਦਾ। ਉਹ ਇਹ ਨਹੀਂ ਸਨ ਦੇ ਤੁਸੀਂ ਕੀ ਕਰਦੇ ਹੋ, ਉਹ ਵੇਖਦੇ ਨੇ ਅਸੀਂ ਕੀ ਕਰਦੇ ਹਾਂ। ਸੋ ਤੁਸੀਂ ਵੀ ਇਹ ਚੀਜ਼ ਬਣਾਓ ਵੀ ਗਊ ਅਤੇ ਗਰੀਬ ਦੀ ਰੱਖਿਆ ਵਾਲੀ ਜਿਹੜੀ ਗੁਰੂ ਨਾਨਕ ਨੇ ਗੱਲ ਲਿਖੀ ਹੈ ਉਸ ਨੂੰ ਅਸੀਂ ਅਪਣਾ ਲਈਏ। ਅਤੇ ਜਿਸ ਤਰ੍ਹਾਂ ਤੁਹਾਨੂੰ ਅੱਗੇ ਦੱਸਿਆ, ਹੌਲੀ ਹੌਲੀ ਤਜਰਬਾ ਕਰਨ ਨਾਲ ਮਨ ਵੀ ਸਤਿਗੁਰਾਂ ਦੀ ਕਿਰਪਾ ਨਾਲ ਠੀਕ ਜ਼ਰੂਰ ਹੋਏਗਾ। ਸਤਿਗੁਰਾਂ ਦੀ ਬੜੀ ਕਿਰਪਾ ਹੈ। 8-8 ਘੰਟੇ ਬਹਿ ਕੇ ਨਾਮ ਸਿਮਰਨ ਕਰਦੇ ਨੇ ਨਾਮਧਾਰੀ ਸਿੰਘ। ਇੱਥੇ ਹੀ ਨਹੀਂ, ਕੈਨੇਡਾ ਵਿੱਚ, ਲੰਡਨ ਵਿੱਚ, ਅਮਰੀਕਾ ਵਿੱਚ, ਅਫਰੀਕਾ ਵਿੱਚ ਅਤੇ ਪਤਾ ਨਹੀਂ ਕਿੱਥੇ ਕਿੱਥੇ ਸਾਰੇ ਇਹਨਾਂ ਕੱਪੜਿਆਂ ਨਾਲ ਰਹਿੰਦੇ ਨੇ ਉੱਥੇ। ਪਹਿਲਾਂ ਉਹਨਾਂ ਨੂੰ ਤੰਗੀ ਆਈ ਇਹਨਾਂ ਕੱਪੜਿਆਂ ਦੀ, ਲੇਕਿਨ ਹੁਣ ਉਹਨਾਂ ਨੂੰ ਸਪਸ਼ਟ ਹੋ ਗਿਆ, ਉਹਨਾਂ ਨੂੰ ਕੋਈ ਤਕਲੀਫ ਨਹੀਂ ਆਉਂਦੀ। ਆ ਸੂਬਾ ਰੇਸ਼ਮ ਸਿੰਘ ਮੇਰੇ ਕੋਲ ਬੈਠੇ ਨੇ ਇੱਥੇ, ਇਹ ਪਹਿਲਾਂ ਮੋਨੇ ਹੀ ਹੁੰਦੇ ਸਨ, ਤਰਸੇਮ ਸਿੰਘ ਦੇ ਇਕੱਠੇ ਸਨ ਪੜ੍ਹਦੇ। ਇਹਨਾਂ ਨੇ ਅੰਮ੍ਰਿਤ ਛਕਿਆ, ਭਜਨ ਪੁੱਛਿਆ, ਉਸ ਤੋਂ ਬਾਅਦ ਇਹ ਆਪਣੇ ਵਿਹਾਰਕਾਰ ਵਾਸਤੇ ਸੂਬਾ ਰੇਸ਼ਮ ਸਿੰਘ ਹੋਰੀ ਕੈਨੇਡਾ ਚਲੇ ਗਏ। ਉੱਥੇ ਉਹਨਾਂ ਨੇ ਆਖਿਆ ਵੀ ਤੂੰ ਪੈਂਟ ਬੁਸ਼ਰਟ ਪਾਉਣੀ ਪਏਗੀ। ਇਹਨਾਂ ਆਖਿਆ ਮੈਂ ਨਹੀਂ ਪਾਉਣੀ। ਕਿੰਨੇ ਮਹੀਨੇ ਜਾਂ ਕਿੰਨਾ ਸਾਲ ਇਹ ਬਨੈਣ ਨਾਲ ਕੰਮ ਕਰਦੇ ਰਹੇ, ਬਨੈਣ ਕਛਹਿਰੇ ਨਾਲ। ਫਿਰ ਉਹਨਾਂ ਨੇ ਮੰਨ ਲਿਆ ਵੀ ਜਿਸ ਤਰ੍ਹਾਂ ਤੂੰ ਆਨਾ ਠੀਕ ਹੈ। ਜਿਹੜੇ ਇਰਾਦੇ ਨਾਲ ਸਤਿਗੁਰੂ ਨੂੰ ਮੁੱਖ ਰੱਖ ਕੇ ਕੰਮ ਕੀਤਾ ਜਾਏ ਅਤੇ ਕੋਈ ਤਕਲੀਫ ਨਹੀਂ ਆਉਂਦੀ। ਮੈਂ ਇੱਥੋਂ ਦੀ ਸਾਧ ਸੰਗਤ ਦਾ, ਇੱਥੋਂ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇੱਕ ਦਿਨ ਵੀ ਲੰਘਾਉਣਾ ਜਿਹੜਾ ਨਾ ਸੁੱਖ ਸ਼ਾਂਤੀ ਨਾਲ ਬੜਾ ਔਖਾ ਹੁੰਦਾ। 5 ਦਿਨ ਲੰਘਾਏ ਨੇ। ਸਾਧ ਸੰਗਤ ਨੇ ਬੜੀ ਕਿਰਪਾ ਕੀਤੀ ਹੈ, ਪ੍ਰਬੰਧਕਾਂ ਨੇ ਵੀ ਪੂਰਾ ਏਕਤਾ ਦਾ ਸਬੂਤ ਦਿੱਤਾ, ਇਕੱਠੇ ਹੋ ਕੇ ਸਾਰਾ ਕੰਮ ਕੀਤਾ। ਸੋ ਮੈਂ ਇਹਨਾਂ ਹੀ ਸ਼ਬਦਾਂ ਨਾਲ ਬੀਬੀ ਸ਼ੈਲਜਾ ਜੀ, ਨਹਿਰਾ ਜੀ, ਮਨੀ ਰਾਮ ਜੀ ਸਭ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਆਪਣਾ ਵਕਤ ਕੱਢ ਕੇ ਇੱਥੇ ਆਏ ਨੇ। ਅਤੇ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਅਖਬਾਰਾਂ ਵਿੱਚ ਨਰਸਿਮਹਾ ਰਾਓ ਜੀ ਵਾਸਤੇ ਸ਼ਬਦ ਹੈ ਕਿ ਉਹ ਬੋਲਦੇ ਨਹੀਂ, ਅਤੇ ਇਹਨਾਂ ਦਾ ਧਰਮ ਬਣਦਾ ਹੀ ਸੀ। ਇਹਨਾਂ ਨੂੰ ਆਖਿਆ ਸੀ ਬੋਲਣ ਵਾਸਤੇ, ਇਹਨਾਂ ਨੇ ਆਖਿਆ ਅਸੀਂ ਨਹੀਂ ਬੋਲਣਾ। ਅਤੇ ਇਹ ਵੀ ਗੱਲ ਠੀਕ ਹੈ ਵੀ ਬੋਲੋ ਨਾ, ਕੰਮ ਕਰੋ। ਸੰਜੇ ਜੀ ਜਿਹੜੇ ਸਨ ਉਹ ਆਉਂਦੇ ਸਨ ਬਈ ਬਾतें ਕਮ, ਕਾਮ ਜ਼ਿਆਦਾ, ਲੇਕਿਨ ਨਰਸਿਮਹਾ ਰਾਓ ਜੀ ਆਉਂਦੇ ਨੇ ਬੋਲੋ ਹੀ ਨਾ ਅਤੇ ਕੰਮ ਕਰੀ ਚਲੋ। ਸਤਿਗੁਰੂ ਕਿਰਪਾ ਕਰਨ, ਸਾਡੇ ਮਨਾਂ 'ਤੇ ਵਸਣ, ਅਸੀਂ ਇਕੱਠੇ ਰਹੀਏ, ਭਜਨ ਬਾਣੀ ਕਰੀਏ, ਗਰੀਬਾਂ ਦੀ ਮਦਦ ਹੋਵੇ ਅਤੇ ਗਊ ਦੀ ਰੱਖਿਆ ਹੋਵੇ। ਸਤਿਗੁਰੂ ਰਾਮ ਸਿੰਘ ਦੇ ਦਰਸ਼ਨ ਵਿੱਚ ਇੱਕ ਘੰਟਾ ਹਰ ਜੀਅ ਪ੍ਰਤੀ ਨਾਮ ਸਿਮਰਨ, ਹਰ ਘਰ ਪ੍ਰਤੀ ਇੱਕ ਆਦਿ ਜਾਂ ਦਸਮ ਦਾ ਪਾਠ ਸਤਿਗੁਰੂ ਰਾਮ ਸਿੰਘ ਦੇ ਦਰਸ਼ਨ ਵਿੱਚ ਹੋਵੇ। ਸਤਿਗੁਰਾਂ ਦੇ ਦਰਸ਼ਨ ਹੋਣ, ਸਾਰੇ ਤਕਲੀਫਾਂ ਸਾਡੀਆਂ ਹਟ ਜਾਣ। ਸਤਿਗੁਰ ਦਰਸ਼ਨ ਅਗਨ ਨਿਵਾਰੀ, ਸਤਿਗੁਰ ਪੀੜਤ ਹਉਮੈ ਵਾਰੀ। ਇਹ ਇੱਕ ਹੋਲਿਆਂ ਦੀ ਕਿੰਨੇ ਸਾਰਿਆਂ ਦੀ ਅਰਜ਼ ਆਈ, 7-8 ਜਾਂ 10 ਹੋਲਿਆਂ ਦੀ ਅਰਜ਼ਾਂ ਆਈਆਂ ਨੇ। ਇਹਨਾਂ ਨੂੰ ਅੱਸੂ ਦੇ ਮੇਲੇ ਤੱਕ ਦੱਸਿਆ ਜਾਏਗਾ। ਅਤੇ ਇੱਕ ਇਸ ਇਲਾਕੇ ਵਿੱਚ ਸੰਤ ਨਗਰ ਦੇ ਵਿੱਚ
ਜਥੇਦਾਰ ਨਿਸ਼ਾਨ ਸਿੰਘ ਜੀ ਬੰਡਾਲੀਏ ਅਤੇ ਹਰਪਾਲ ਸਿੰਘ ਜੀ ਮਾਸਟਰ ਹਰਭਜਨ ਦੇ ਭਰਾ ਜੀਵਨ ਨਗਰ ਦੇ ਇਲਾਕੇ 'ਚੋਂ, ਇਹਨਾਂ ਨੂੰ ਅੱਜ ਤੋਂ ਸੂਬਾ ਥਾਪਿਆ ਜਾਂਦਾ। ਇਹ ਆਪਣੇ ਆਪਣੀ ਜ਼ਿੰਮੇਵਾਰੀਆਂ ਨਾਲ ਕੰਮ ਕਰਨ, ਪਤਾ ਲੱਗੇ ਅਗਲੇ ਸਾਲ ਤੱਕ ਇਹਨਾਂ ਨੇ ਕਿੰਨਾ ਕਿੰਨਾ ਕੰਮ ਕੀਤਾ ਹੈ ਅਤੇ ਉਹਦੇ ਨਾਲ ਕੀ ਫਾਇਦੇ ਸਾਡੇ ਹੋਏ ਨੇ। ਮੈਂ ਇਹਨਾਂ ਸ਼ਬਦਾਂ ਨਾਲ ਆਪ ਤੋਂ ਆਗਿਆ ਲਵਾਂਗਾ। ਸਰ ਉਹ ਇੱਥੇ ਹੋਣੇ ਨਹੀਂ। ਨਿਸ਼ਾਨ ਸਿੰਘ ਆਏ ਇੱਥੇ ਕਿਤੇ? ਜਿਹੜੇ ਜਿਨ੍ਹਾਂ ਦੇ ਵਿਆਹ ਹੋਏ ਨੇ ਉਹ ਆਪਣਾ ਧਿਆਨ ਰੱਖਣ ਕਿ ਉਹਨਾਂ ਨੂੰ ਫਿਰ ਡਰ ਨਾ ਲਾਉਣਾ ਪਵੇ, ਉਹ ਠੀਕ ਢੰਗ ਨਾਲ ਚੱਲਣ ਅਤੇ ਅਗਾਂਹ ਤੋਂ ਸਹੀ ਰੂਪ 'ਚ ਵਿਆਹ ਜਿਹੜੇ ਨੇ ਜਿਸ ਤਰ੍ਹਾਂ ਹੋਏ ਨੇ, ਵਿਆਹ ਇੱਥੇ ਇੱਕੋ ਹੀ ਹੋਣਾ ਚਾਹੀਦਾ। ਇੱਕ ਘਰ ਜਾ ਕੇ, ਇੱਕ ਪੇਕੀ ਜਾ ਕੇ, ਇੱਕ ਸਹੁਰੀ ਜਾ ਕੇ ਫਿਰ ਇਹ ਵਿਆਹ ਨਹੀਂ ਹੋਣੇ ਚਾਹੀਦੇ। ਕੋਈ ਰੋਟੀਆਂ ਨਹੀਂ ਕਰਨੀਆਂ, ਕੁਛ ਨਹੀਂ ਕਰਨਾ। ਸਿੰਘ ਜੀ ਨੇ ਅਤੇ ਹਰਪਾਲ ਸਿੰਘ ਹੋਰੀ ਹੈ ਨਹੀਂ, ਇੱਥੇ ਬੈਂਗਲੋਰ ਗਏ ਨੇ ਅਤੇ ਇੱਥੇ ਹੋਰ ਵੀ ਲੋੜ ਹੈਗੀ ਆ। ਵਿਸਾਖੀ ਤੱਕ ਕੋਸ਼ਿਸ਼ ਕਰਾਂਗੇ ਹੋਰ ਵੀ ਕੋਈ ਨਾ ਕੋਈ ਸੂਬੇ ਬਣਾਏ ਜਾਣ। ਮੈਂ ਇੰਨੀ ਅਰਜ਼ ਕਰਕੇ ਅੱਗੇ ਲਵਾਂਗਾ। ਇੱਥੇ ਤੁਹਾਨੂੰ ਕਹਿ ਦੇਣਾ ਇੱਥੇ ਜੇ ਸੁਣਦਾ ਤੁਹਾਨੂੰ ਸਾਰਿਆਂ ਨੂੰ ਸੁਣਦਾ ਸਾਰਾ ਕਿਸੇ ਦਾ ਕਿ ਤੁਸੀਂ ਸਾਰੇ ਕੋਈ ਨਾ ਕੋਈ ਆਪਣੀ ਧਰਮਾਂ ਨੂੰ ਮੰਨਦੇ ਹੋ। ਬੱਚੇ ਵੀ ਇਹਦੇ ਅਰਦਾਸ ਕਰਕੇ ਆਇਆ ਕਰਨ ਸਾਨੂੰ ਵਿਦਿਆ ਦੀ ਪ੍ਰਾਪਤੀ ਹੋਵੇ ਅਤੇ ਵਿਦਿਆ ਵੱਲ ਧਿਆਨ ਦੇ ਕੇ ਬੱਚੇ ਪੜ੍ਹਿਆ ਕਰਨ। ਅਤੇ ਜਿਹੜੇ ਉਸਤਾਦ ਨੇ ਸਾਰੇ ਉਹ ਵੀ ਆਪੋ ਆਪਣੇ ਘਰਾਂ ਤੋਂ ਅਰਦਾਸ ਕਰਕੇ ਤੁਰਿਆ ਕਰਨ ਵੀ ਅਸੀਂ ਜਿਸ ਕੰਮ ਲਈ ਜਾਣਾ ਇਹਦੇ ਵੱਡੀ ਸਫਲਤਾ ਮਿਲੇ ਅਤੇ ਬੱਚਿਆਂ ਨੂੰ ਵਿਦਿਆ ਦੇਣ ਦਾ ਪੂਰਾ ਸਾਡਾ ਧਿਆਨ ਹੋਵੇ। ਉਸ ਪਾਸੇ ਧਿਆਨ ਦੇ ਕੇ ਸਾਰੇ ਕੰਮ ਕਰਿਆ ਕਰੋ, ਅਰਦਾਸ ਕਰਕੇ ਤੁਰਿਆ ਕਰੋ। ਅਰਦਾਸ ਉਸ ਤਰ੍ਹਾਂ ਕਰਿਆ ਕਰੋ ਜਿਸ ਤਰ੍ਹਾਂ ਤੁਸੀਂ ਇਹ ਅਰਦਾਸ ਕਰਦੇ ਹੋ ਵੀ ਮੇਰੇ ਘਰ ਪੁੱਤਰ ਹੋਵੇ, ਕਿੰਨਾ ਮਨ ਇਕਾਗਰ ਕਰਕੇ ਕਰਦੇ ਜਾਂ ਮੈਨੂੰ ਧਨ ਮਿਲੇ ਜਾਂ ਇਸ ਤੋਂ ਵੀ ਵੱਧ ਇਕਾਗਰ ਹੋ ਕੇ ਅਤੇ ਇਹ ਅਰਦਾਸ ਕਰਿਆ ਕਰੋ ਵੀ ਜਿਹੜੇ ਕੰਮ ਨੂੰ ਅਸੀਂ ਜਾਣਾ ਉਹਦੇ ਸਾਨੂੰ ਸਫਲਤਾ ਮਿਲੇ। ਮਨ ਵਿਅਕਤੀ ਇਕਾਗਰ ਕਰਨ ਲਈ, ਰਚਨਾ ਪੁੱਤਰ ਕਰਨ ਲਈ ਸਭ ਕਰਕੇ ਆਪੋ ਕੰਮ ਅਰਦਾਸ। ਅੱਜ ਸਾਡੇ ਵਿੱਚੋਂ ਸੰਤ ਜਾਗਰ ਸਿੰਘ ਹੋਰੀ ਚਲੇ ਗਏ ਨੇ। ਸਾਡੀ ਅਤੇ ਉਹਨਾਂ ਦੀ ਆਪਣੀ ਮਰਜ਼ੀ ਤੋਂ ਅੱਜ ਦਾ ਸੰਸਾਰ ਸਾਇੰਸ ਦੇ ਪੈਰਾਂ 'ਤੇ ਬਹੁਤ ਖਲੋਂਦਾ, ਪਰ ਸਾਇੰਸ ਅਜੇ ਇਹ ਨਹੀਂ ਕਰ ਸਕੀ ਕਿ ਉਸ ਦੀ ਮਰਜ਼ੀ ਅਨੁਸਾਰ, ਕਿਸੇ ਬੰਦੇ ਦੀ ਮਰਜ਼ੀ ਅਨੁਸਾਰ ਉਹਦੇ ਘਰ ਪੁੱਤਰ ਹੋਵੇ, ਧੀ ਹੋਵੇ ਜਾਂ ਜੋ ਵੀ ਕੁਛ ਹੋਵੇ, ਸਾਇੰਸ ਨਹੀਂ ਕਰ ਸਕੀ। ਨਾ ਸਾਇੰਸ ਮੌਤ ਨੂੰ ਟਾਲ ਸਕੀ। ਜਿਹੜਾ ਅਸੂਲ ਬਣਾ ਦਿੱਤਾ ਹੈ, ਜਿਹੜਾ ਕੋਈ ਆਦਮੀ ਜਿਸ ਜਗ੍ਹਾ ਰਹਿੰਦਾ ਉਹਦੇ ਜਿਹੜੇ ਅਸੂਲ ਨੇ ਉਹਨਾਂ ਦੇ ਮੁਤਾਬਕ ਹੀ ਚੱਲਣਾ ਪੈਂਦਾ, ਨਹੀਂ ਤਾਂ ਅਗਲੇ ਚਲਾ ਲੈਂਦੇ ਨੇ ਉਹਦੇ ਮੁਤਾਬਕ। ਕਈ ਸਰੀਰ ਮੇਰੇ ਕੋਲ ਆਉਂਦੇ ਨੇ, ਉਹਨਾਂ ਨੇ ਜੀ ਜੋਤਸ਼ੀ ਨੇ ਦੱਸਿਆ ਵੀ ਤੇਰੀ ਉਮਰ ਥੋੜ੍ਹੀ ਹੈ। ਉਹ ਕਿਉਂ ਆਉਂਦੇ ਨੇ? ਉਹ ਬਾਣੀ ਨਹੀਂ ਪੜ੍ਹਦੇ, ਉਹਨਾਂ ਨੂੰ ਸਾਡੇ ਵਿਧਾਨ ਦਾ ਨਹੀਂ ਪਤਾ, ਸਾਧ ਸੰਗਤ ਨਹੀਂ ਆਉਂਦੇ। ਇੱਥੇ ਪਤਾ ਲੱਗਾ ਵੀ ਐਤਵਾਰ ਨੂੰ ਬਹੁਤ ਘੱਟ ਸਾਧ ਸੰਗਤ ਆਉਂਦੀ ਹੈ। ਇਸ ਕੰਮ ਨੂੰ, ਜਿਸ ਕੰਮ ਲਈ ਜਾਗਰ ਸਿੰਘ ਨੂੰ ਗਏ ਨੇ, ਜਦੋਂ ਅਸਾਂ ਜਾਣਾ ਹੈ, ਅਸਾਂ ਉਸੇ ਨੂੰ ਪੜ੍ਹਨ ਵਾਸਤੇ, ਉਸੇ ਨੂੰ ਯਾਦ ਕਰਨ ਵਾਸਤੇ, ਉਸੇ ਦੀ ਯਾਦ ਸਿੱਖਣ ਵਾਸਤੇ ਇੱਥੇ ਆਉਣਾ। ਸਾਧ ਸੰਗਤ ਕਿਰਪਾ ਕਰਕੇ ਜ਼ਰੂਰ ਆਇਆ ਕਰੇ। ਜਿਹੜੇ ਜਿਹਨਾਂ ਨੂੰ ਜੋਤਸ਼ੀ ਗੱਲ ਦੱਸਦੇ ਨੇ, ਜੇ ਪੜ੍ਹੇ ਹੋਣ ਨਾ, ਬਾਣੀ ਪੜ੍ਹਦੇ ਹੋਣ ਤਾਂ ਜ਼ਰੂਰ ਇਹ ਆਖਣ, ਦੱਸਣ ਉਹਨਾਂ ਨੂੰ, ਮਨ ਘਾਲੇ ਸਭ ਦਿਵਸ ਸਾਸ, ਨਹਿ ਵੱਢਣ ਘਟਣ ਤਿਲ ਸਾਰ। ਤਿਲ ਜਿੰਨਾ ਵੀ ਵੱਧ ਘੱਟ ਨਹੀਂ ਹੋ ਸਕਦਾ। ਜੀਵਨ ਲੋੜੈ ਭਰਮ ਮੋਹ, ਨਾਨਕ ਤੇਉ ਗਵਾਰ, ਉਹਨਾਂ ਨੂੰ ਮੂਰਖ ਗਿਣਿਆ ਗਿਆ। ਫਰੀਦ ਜੀ ਨੇ ਜਿਹੜਾ ਲਿਖਿਆ, ਸਤਿਗੁਰਾਂ ਨੇ ਆਪਣੇ ਬੀੜ ਵਿਚਾਰਨ ਦੀ ਕਿਰਪਾ ਕੀਤੀ ਹੈ। ਉਹਨਾਂ ਨੇ ਲਿਖਿਆ, ਜੇ ਸਹਿ ਵਰਿਆ ਜੀਵਨਾ ਪੀ ਧਨ ਸਿੱਖੇ। ਇਹਦਾ ਨਾ ਲੀਕ ਛੋਟੀ ਹੋ ਗਈ ਹੈ, ਜੇ ਉਹ ਲੀਕ ਥੋੜ੍ਹੀ ਹੋਰ ਲੰਬੀ ਹੋ ਜਾਏ ਫਿਰ ਜਿਵੇਂ ਨਾ ਇਹਦੇ ਬਹੁਤ ਜਿਸ ਤਰ੍ਹਾਂ ਹੁੰਦਾ ਨਾ, ਸਮਝ ਜਿਹੜੀ ਹੈ ਉਹ ਉਸੇ ਪਾਸੇ ਦੀ ਹੋ ਗਈ। ਜੇ ਕੋਈ ਜਿਹੜਾ ਜਦੋਂ ਮਾਤਾ ਆਪਣੇ ਪੁੱਤਰ ਨੂੰ ਲੋਰੀਆਂ ਦਿੰਦੀ ਹੈ
साल बड़ा हो गया, बड़ा नहीं हो गया, 10 साल तो छोटा हो गया, 10 साल उम्र निकल गई पिछों, बड़ा किस तरह हो गया? ये क्यों है इस तरह? कबीर जी ने लिखा, जननी जानत सुत बड़ा होता है, इतना को न जानना जे दिन दिन अवध घटता है। मोर मोर कर अधिक लाड धर पेखत ही जम राव हसै, ऐसा तैन जग धर्म लाया, कर से पूजा जग होया है माया। एक बाजार तो बेड़ा वर्गे उनाब होंगे, उनाब मिलते हैं, जोड़ा उन्होंने उनाब वाला बूटा होंगे ना, बेरी वर्गे पत्ते होंगे, थोड़े जे तिखे होंगे ने, जो कितने लभ जाए किसी को वो पत्ते खा के तो उस वे बिजली खाओ, गुड़ खाओ, खराब से सको तो बिल्कुल मिट्टी लगेगा। जिन्ना चर वो स्वाद मुँह च रहना उन्ना चर मिठे का स्वाद बिल्कुल नहीं होना। इस वास्ते साढ़े के सगलों ने दसिया कि रारा रस निरस कर जाने, होए निरस सो रस पहचाने, ये रस छाड़े वो रस आवा, वो रस पिया, ये रस नहीं पावा। तो तुम तगड़े उद्यम कराया करो। इस गल तो सिक्ख्या लैनी चाहिए कि साड़ी भी वारी किसी दिन आ जानी है। न बाणी सुनिया ही होना, न बार न जोबना, न बिरदी का संबंध, उसका कोई पता नहीं किहड़े वेले आ जाए, उसके वास्ते तैयारी रहनी चाहिए। जब तुहानूं पता है कि तुहानूं स्कूल जाना था तो बच्चे बस लैन आ जानी, किहड़े मिनट च आउणी नहीं पता, पर बच्चे को तैयार करके खिला के रख दो। सानूं भी सगरों कृपा करना, असीं तैयार होइए इस गल लई कि असीं तैयार हाँ जाण जिहड़ा साडा वेला आवे। गग्गा गोबिंद गुण रवह सास साध जप नीत, कहा विसासा देह का बिनम कर हो मीत। पता नहीं किहड़ा साह होना जिहदे विच असां चले जाना। इस वास्ते सारे साह जिहड़े ने वो नाम सिमरन वाले पासे, बाणी वाले पासे लगने चाहिए। तो तुसीं अपनी गिनती करते हो कि मेरे परिवार के इन्ने जी ने, उन्होंने इन्ने पैसे महीने के आते हैं, इन्नी उन्होंने उपज है सारी, पर कभी ये लिखा करो भी मेरे परिवार के इन्ने जी ने, वो बाणी कितनी पढ़ते हैं, वो भजन कितना करते हैं, यदा भी हिसाब किताब रखा करो। जोड़ा अगे जाके हिसाब होना वो इस गल का ही होना कि वह नहीं होना पैसे किन्ने ने, रोटी कितनी पकाई, कितनी खाधी है, हिसाब होना इस गल का। बाणी कितनी पढ़ी है, भजन कितना किया है, साथ संगत लेखे अपनी कितनी उम्र लाई है। सगुरु गुरदास सच्चे पातशाह के उपदेश रिकॉर्ड है कि गुरु नानक एक जगह गए, उत्थे बड़िया में जाके डेरा लाया, बड़िया देखा जाके किसी की उम्र 2 साल, 3 साल, 5 साल, ਵੱਧ ਤੋਂ ਵੱਧ 5 साल उम्र से लिखी, तो बाद किसी की उम्र नहीं। पिंड में गए तो बड़ी बड़िया उम्र वाले लोग देखे, उन्होंने पूछा कि तुम जोड़े बंदे ने जो ऐप उम्र तो पहुँच जाते हैं वो बनते नहीं, फिर बड़ी बड़ी उम्र वाले उसे 5 साल तो बड़ी उम्र किसी ने लिखी। उन्होंने आख्या भाई असीं अपने पिंड में कायदा बनाया कि जिन्ना कोई सत्संग करता वो मिनट घड़ियाँ घंटे लिखी जाने, जिन्ने किसी ने सारे घंटे फिर वो हफ्ते महीने साल होंगे ने वो जोड़ के साढ़े जिन्ने बनते हैं वह जो चढ़ाई करता लिख देने भी ये इन्नी उम्र बस मुश्किल नहीं। तो इस उम्र इस तरीके लाओ, सगुरु कृपा कर साढ़े मन से बसन। दुनिया की जी गल है वो साढ़े मन को लग जाए, फिर सगुरु वाली गल साढ़े मन से लगेगी। एक संत जगीर सिंह और गिला वाले हुए हैं, उन्होंने सेवक बने एक संत गुरदू सिंह और सबाज पुरते, इतने भी शायद सबाज पुरते सिंह कोई होने में नहीं पता। उन्होंने आख्या भी मैं भजन लैना, जी देखो कितनी कदर थी उन्होंने इस गल की। संत वीर सिंह ने आख्या भी स्नान करके 1 साल बैठा कर, तो फिर तेन भजन मिलेगा, आपे मिलेगा। साल बाद साल संधी बैठा नहीं मिले, फिर उन्होंने आख्या अगले साल फिर बैठ, अगले साल फिर नहीं मिला, फिर अगले साल फिर बैठ। तीसरे साल जो बैठा है ना, फिर संत आके वो पहुँच गए ने, उन्होंने आख्या गुरदू सिंह हम तेरा भांडा साफ हो गया, हम तेरा नाम मिलेगा। नाल सुई राग चौकड़ी भांडा धोए वैस देव और दूसर हो जाओ। साडा भांडा साफ होए, सगुरु का नाम साढ़े मन से बसे, इस यो चीज़ है जी साडा पार उतारा करने वाली। जिन्ना चिर माया वाली गल उन्ना चिर हमने बाणी में सुनिया माया कारण धावी अगे पता की लिखा मूर्ख लोग अजान। तो फिर बड़ा सियाना मेरा मुंडा से जाता जाता बाजार सौदे करके 10,000 रुपये कमा लेता,
बड़ा सियाणा समझते हैं। सगुरां ने मूर्ख लिखिਆ ਅਸੀਂ ਸਿਆਣਾ ਕਿਵੇਂ ਬਣਾ ਸਕਾਂਗੇ। ਸਾਡੇ ਵਿਧਾਨ ਦੇ ਮੁਤਾਬਕ ਇਹ ਚੀਜ਼ ਸਾਨੂੰ ਕਿਰਪਾ ਕਰਨ ਅਤੇ ਇਸ ਪਾਸੇ ਲੱਗੋ ਤਗੜੇ ਹੋ ਕੇ ਸਵੇਰੇ ਤੁਸੀਂ ਆਪਣੀ ਗਿਣਤੀ ਦੇਖੋ ਤੁਹਾਡੀ ਚੰਡੀਗੜ੍ਹ ਵਿੱਚ ਕਿੰਨੀ ਗਿਣਤੀ ਹੈ। ਤੁਹਾਡੀ ਗਿਣਤੀ ਦੇ ਮੁਤਾਬਕ ਤੁਹਾਡੇ ਨਾਮ ਹਰ ਜੀ ਪ੍ਰਤੀ ਨਾਮ ਘੰਟਾ ਪੂਰਾ ਹੁੰਦਾ ਹੈ, ਜਿੰਨੀ ਪੂਰਾ ਹੁੰਦਾ ਪੂਰਾ ਕਰੋ। ਜਿਹੜਾ ਬੱਚਾ ਘਰ ਜਨਮ ਲਵੇ ਉਹਦਾ ਉਹ ਮਾਤਾ ਪਿਤਾ ਸ਼ੁਰੂ ਕਰਦੇ ਨੇ। ਜਿਸ ਵੇਲੇ ਉਹ ਵੱਡਾ ਹੋਵੇ ਆਪਣਾ ਬੱਚਾ ਤੇਰੇ ਇੰਨੇ ਹੋ ਗਏ ਨੇ ਤੂੰ ਆਪਣੇ ਸ਼ੁਰੂ ਕਰਨੇ ਨੇ। ਬੱਚਿਆਂ ਨੂੰ ਬਦਲ ਕੇ ਸਾਡੇ ਵਾਸਤੇ ਜੁੜਿਆ ਹੈ ਨਾਮ ਗਾਣਾ ਜਿਸ ਜਨ ਪਿਆ ਪਾਦਾ ਕੋਈ ਪੂਰਾ ਸਾਹਾ। ਆਪਣੇ ਮਨ ਬਿਰਤੀ ਇਕਾਗਰ ਕਰਨ ਲਈ ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੀ ਫੁਲਵਾੜੀ ਦੇ ਫੁੱਲ ਕੋਈ ਕਿਸੇ ਰੰਗ ਦਾ ਕੋਈ ਕਿਸੇ ਰੰਗ ਦਾ ਆਪਣਾ ਆਪਣਾ ਸਮਾਂ ਬਿਤਾ ਕੇ ਜਾ ਰਹੇ ਨੇ। ਅੱਜ ਜਿਨ੍ਹਾਂ ਲਈ ਅਸੀਂ ਇਕੱਠੇ ਹੋਏ ਹਾਂ ਇੱਥੇ ਯੋਗੇਸ਼ ਕੁਮਾਰ ਜੀ ਬਹੁਤ ਚਿਰ ਸ਼ਿਮਲੇ ਵਿੱਚ ਦਰਸ਼ਨ ਮੇਲਾ ਉਹਨਾਂ ਦਾ ਹੁੰਦਾ ਰਿਹਾ। ਉਹਨਾਂ ਦੇ ਉੱਤੇ ਲਾਲਾ ਮੇਲਾ ਰਾਮ ਜੀ ਦਾ ਕਾਫੀ ਅਸਰ ਸੀ। ਉਹ ਵਾਇਲਨ ਵੀ ਵਜਾ ਲੈਂਦੇ ਸਨ। ਰਾਗ ਜਿਹੜਾ ਹੈ ਜੇ ਧਿਆਨ ਕੀਤਾ ਜਾਵੇ ਤਾਂ ਧਿਆਨ ਲਾਉਣ ਵਾਸਤੇ ਸਭ ਤੋਂ ਚੰਗੀ ਚੀਜ਼ ਹੈ ਪਰਮੇਸ਼ਰ ਨਾਲ ਜੋੜਨ ਵਾਲੀ। ਯੋਗੇਸ਼ ਜੀ ਨੇ ਆਪਣਾ ਸਮਾਂ ਬਿਤਾਇਆ। ਜਦੋਂ ਆਦਮੀ ਸੰਸਾਰ 'ਤੇ ਆਉਂਦਾ ਉਹਦੇ ਨਾਲ ਅਕਾਲ ਪੁਰਖ ਦੀ ਇੱਛਾ ਅਨੁਸਾਰ ਬਿਮਾਰੀਆਂ ਵਿਹਾਰ ਦੇ ਉਚਾਰਨ ਨਿਵਾਣ ਇਹ ਸਭ ਨਾਲ ਆਉਂਦੇ ਨੇ। ਪਰ ਜਿਹੜੇ ਚੰਗੇ ਆਦਮੀ ਭਜਨ ਬਾਣੀ ਕਰਦੇ ਨੇ ਸਤਸੰਗ ਕਰਦੇ ਨੇ ਉਹਨਾਂ ਵਾਸਤੇ ਇਸ ਤਰ੍ਹਾਂ ਹੋ ਜਾਂਦਾ ਜਿਵੇਂ ਬਰਸਾਤੀ ਪਾ ਕੇ ਆਦਮੀ ਬਾਰਿਸ਼ ਵਿੱਚ ਚਲਾ ਜਾਵੇ ਅਤੇ ਉਹਦੇ ਉੱਤੇ ਮੀਂਹ ਦਾ ਅਸਰ ਨਹੀਂ ਹੁੰਦਾ। ਤੁਸੀਂ ਲਾਲਟਨ ਵੇਖਦੇ ਹੋ ਉਹਦੇ ਦੁਆਲੇ ਇੱਕ ਸ਼ੀਸ਼ਾ ਲੱਗਾ ਹੁੰਦਾ, ਉਹਦੇ ਵਿੱਚ ਜਿਹੜੀ ਰੋਸ਼ਨੀ ਜਗਦੀ ਹੈ ਉਹ ਬਹੁਤ ਹਵਾ ਵਗਦੀ ਵਿੱਚ ਵੀ ਬਿਲਕੁਲ ਆਰਾਮ ਨਾਲ ਰੋਸ਼ਨੀ ਦੇਈ ਜਾ ਰਹੀ ਹੈ, ਉਹਨੂੰ ਕੋਈ ਤਕਲੀਫ ਨਹੀਂ ਆਉਂਦੀ। ਇਸੇ ਤਰ੍ਹਾਂ ਸਤਸੰਗ ਵਿੱਚ ਰਹਿਣ ਵਾਲਾ ਆਦਮੀ ਜਿਹੜਾ ਉਹਨੂੰ ਕੋਈ ਕਸ਼ਟ ਨਹੀਂ ਆਉਂਦਾ, ਮਨ ਨੂੰ ਨਹੀਂ ਕਸ਼ਟ ਹੁੰਦਾ। ਲਾਲਾ ਮੇਲਾ ਰਾਮ ਜੀ ਇਸ ਬਹੁਤ ਕਿਰਪਾ ਸੀ ਸਤਿਗੁਰੂ ਪ੍ਰਤਾਪ ਸਿੰਘ ਜੀ ਦੀ। ਉਹਨਾਂ ਨੇ ਕਈ ਵਾਰ ਸਤਿਗੁਰਾਂ ਦੇ ਬਚਨ ਦੱਸੇ, ਸ਼ਾਇਦ ਕਿ ਸਾਡੇ ਕੋਲ ਰਿਕਾਰਡ ਵੀ ਹੋਏ ਹੋਣਗੇ ਪਏ ਹੋਣਗੇ ਕਿ ਕਿਸ ਤਰ੍ਹਾਂ ਉਹਨਾਂ ਨੂੰ ਥੋੜ੍ਹੀ ਆਮਦਨ ਤੋਂ ਬਹੁਤੀ ਆਮਦਨ ਵਾਲੇ ਬਣਾਇਆ ਗਿਆ। ਉਹ ਜਗ੍ਹਾ ਜਿਹਦੇ ਵਿੱਚ ਉਹ ਰਹਿੰਦੇ ਸਨ, ਕੋਠੀ ਦਾ ਨਾਮ ਮਾਈਥ ਹੈ, ਉਹ ਕਿਸੇ ਢੰਗ ਨਾਲ ਮਿਲ ਹੀ ਨਹੀਂ ਸਕਦੀ। ਐਸਾ ਢੰਗ ਬਣਾਤਾ ਸਤਿਗੁਰਾਂ ਨੇ ਜਿਹੜੀ ਆਰਾਮ ਨਾਲ ਉਹਨਾਂ ਨੂੰ ਉਹ ਕੋਠੀ ਮਿਲ ਗਈ। ਉਹਦੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਬੜੀ ਵਾਰ ਚਰਨ ਪਾਏ ਨੇ, ਮੈਨੂੰ ਵੀ ਜਾਣ ਦਾ ਬਹੁਤ ਮੌਕਾ ਮਿਲਿਆ। ਲਾਲਾ ਮੇਲਾ ਰਾਮ ਜੀ ਬਹੁਤ ਸਤਸੰਗੀ ਸਨ। ਸਤਸੰਗ ਦਾ ਮਤਲਬ ਇਹ ਹੈ ਕਿ ਜਿੱਥੇ ਸੱਤ ਦਾ ਸੰਗ ਹੋਵੇ, ਸੱਚ ਦਾ ਮਤਲਬ ਇਹ ਹੈ ਅਕਾਲ ਪੁਰਖ। ਜੇ ਉਹ ਕਿਸੇ ਮੁਸਲਮਾਨਾਂ ਨਾਲ ਮਿਲੇ ਨੇ ਤਾਂ ਵੀ ਉਹਨਾਂ ਨੇ ਸਤਸੰਗ ਕੀਤਾ। ਉਹਨਾਂ ਦਾ ਬਹੁਤ ਅਸਰ ਸੀ। ਜਿਹੜੇ ਕੀ ਨਾਮ ਹੁੰਦਾ ਅਮਰੀਕਾ ਰਹਿੰਦੇ ਨਾ ਜਿਹੜੇ ਆਗਾ ਖਾਨ ਦੇ ਸੇਵਕ, ਉਹ ਇਹਨਾਂ ਨਿਯਮ ਦੇ ਪੱਕੇ ਸਨ। ਨੈਰੋਬੀ ਮੈਂ ਕਈ ਵਾਰ ਜਾਂਦਾ ਸਾਂ, ਉੱਥੇ ਵੇਖਿਆ ਜਿਹੜਾ ਉਹਨਾਂ ਦਾ ਸਤਸੰਗ ਘਰ ਸੀ ਨਾ, ਸਵੇਰੇ ਪੂਰੇ 4 ਵਜੇ ਉਹ ਆਗਾ ਖਾਨ ਦੇ ਸੇਵਕ ਉੱਥੇ ਪਹੁੰਚ ਜਾਂਦੇ ਸਨ। ਨਹੀਂ ਸਨ ਲੇਟ ਹੁੰਦੇ ਇਸ ਗੱਲ ਤੋਂ। ਅਸੀਂ ਵੀ ਲੇਟ ਨਹੀਂ ਹੁੰਦੇ, ਕਈ ਵਾਰ ਸਿਨੇਮੇ ਜਾਣ ਤੋਂ ਜਾਂ ਮਾੜੇ ਕੰਮ ਕਰਨ ਤੋਂ ਕਦੇ ਲੇਟ ਨਹੀਂ ਹੁੰਦੇ, ਪਰ ਉਹ ਸਤਸੰਗ ਕਰਨ ਵਾਸਤੇ ਕਦੇ ਕਵੇਲਾ ਨਹੀਂ ਸਨ ਕਰਦੇ। ਲਾਲਾ ਜੀ ਨਾਲ ਉਹਨਾਂ ਦਾ ਬਹੁਤ ਵੱਡਾ ਸੰਪਰਕ ਸੀ। ਮੈਨੂੰ ਵੀ ਲਾਲਾ ਜੀ ਨੇ ਉਹਨਾਂ ਨੂੰ ਲਿਆ ਕੇ ਮਿਲਾਇਆ ਉੱਥੇ। ਜੇ ਹਿੰਦੂਆਂ ਵਿੱਚ ਗਏ ਨੇ ਤਾਂ ਲਾਲਾ ਜੀ ਦਾ ਸੰਪਰਕ ਆ ਵੇਖੋ, ਸਵਾਮੀ
ਭਾਸਕਰਾਨੰਦ ਜੀ ਨੂੰ ਮੈਂ ਤਕਲੀਫ ਦਿੱਤੀ ਹੈ ਇੱਥੇ ਆਉਣ ਦੀ। ਮੇਰਾ ਜੀਅ ਕਰਦਾ ਸੀ ਵੀ ਇਹ ਲਾਲਾ ਜੀ ਨਾਲ ਇਹਨਾਂ ਦਾ ਬਹੁਤ ਪਿਆਰ ਸੀ, ਇਹੋ ਜਿਹੇ ਸਤਸੰਗੀ ਸਾਧੂਆਂ ਨਾਲ ਉਹਨਾਂ ਦਾ ਬਹੁਤ ਮੇਲ ਸੀ। ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਿਖਾਣੀ ਹੈ। ਲਾਲਾ ਜੀ ਦਾ ਸੁਭਾਅ ਇਸ ਤਰ੍ਹਾਂ ਦਾ ਸੀ ਕਿ ਉਹਨਾਂ ਨੇ ਪਿਛਲੀ ਉਮਰ ਵਿੱਚ ਬਹੁਤ ਕਮਜ਼ੋਰੀ ਸੀ ਅਤੇ ਮੈਂ ਬੜੀ ਕੋਸ਼ਿਸ਼ ਕਰਨੀ ਵੀ ਤੁਸੀਂ ਦੀਵਾਨ ਵਿੱਚ ਨਾ ਬੈਠੋ। ਉਹਨਾਂ ਨੇ ਆਖਿਆ ਨਹੀਂ, ਦੀਵਾਨ ਜ਼ਰੂਰ ਆਉਣਾ ਹੈ। ਯਤੀਸ਼ ਨੇ ਅਤੇ ਯੋਗੇਸ਼ ਜੀ ਨੇ ਫੜ ਕੇ ਲਿਆਉਣਾ ਉਹਨਾਂ ਨੂੰ, ਅਤੇ ਉਹਨਾਂ ਨੇ ਬੜੀ ਮੁਸ਼ਕਿਲ ਨਾਲ ਬੈਠਣਾ। ਫਿਰ ਜਦੋਂ ਬੈਠਣਾ ਫਿਰ ਸਿੱਧੇ ਹੋ ਕੇ ਬੈਠੇ ਰਹਿਣਾ ਜਿੰਨਾ ਚਿਰ ਦੀਵਾਨ ਦਾ ਭੋਗ ਨਹੀਂ ਪੈਣਾ। ਜੇ ਅਰਦਾਸ ਹੁੰਦੀ ਹੈ ਉਹਨਾਂ ਨੂੰ ਆਖਣਾ ਵੀ ਤੁਸੀਂ ਬੈਠੇ ਰਹੋ, ਨਹੀਂ, ਉੱਠ ਕੇ ਖਲੋ ਕੇ ਅਰਦਾਸ ਸੁਣਨੀ ਹੈ। ਅਖੀਰਲੇ ਦਮ ਤੱਕ ਪੰਡਿਤ ਜੀ ਇੱਕ ਪੜ੍ਹਦੇ ਹੁੰਦੇ ਨੇ ਕਵਿਤਾ, ਮੈਨੂੰ ਸਾਰੀ ਦਿਨ ਯਾਦ ਰਹੀ, ਇਹ ਮੰਜ਼ਿਲ ਹੈ ਆਸ਼ਕ ਲੋਕਾਂ ਸਿਰ ਤੱਕ ਵਾਰ ਨਾ ਹਾਰੇ। ਜਿੰਨਾ ਚਿਰ ਸਿਰ ਨਹੀਂ ਚਲਾ ਜਾਂਦਾ ਉਹਨਾਂ ਚਿਰ ਆਪਣਾ ਉਹ ਕੰਮ ਨਹੀਂ ਛੱਡਦੇ। ਉਹ ਉੱਥੇ ਸਮਾਂ 'ਤੇ ਜਿਨ੍ਹਾਂ ਦੇ ਉੱਤੇ ਆਉਣਾ ਹੈ ਉਹ ਕਿਸੇ ਦਾ ਲਿਹਾਜ਼ ਨਹੀਂ ਕਰਦਾ। ਰਾਜਾ ਪ੍ਰਜਾ ਸਮ ਕਰ ਮਾਰਾ ਐਸੋ ਕਾਲ ਬਿਡਾਨੀ ਰੇ, ਪਰ ਉਹਦਾ ਫਰਕ ਇੰਨਾ ਕੁ ਅੱਗੇ ਪਾ ਦਿੱਤਾ, ਹਰ ਕੇ ਸੇਵਕ ਜੋ ਹਰ ਪਾਏ ਤਿਨ ਕੀ ਕਥਾ ਨਿਰਾਰੀ ਰੇ, ਆਵੈ ਨ ਜਾਏ ਨ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ। ਅੱਜ ਯੋਗੇਸ਼ ਜੀ ਦਾ ਭੋਗ ਪਿਆ, ਮੈਂ ਆਪ ਨਹੀਂ ਜਾ ਸਕਿਆ ਉੱਥੇ, ਆਪਣੇ ਸਿੰਘ ਭੇਜੇ ਸਨ ਸ਼ਿਮਲੇ, ਅਤੇ ਜੀ ਕਰਦਾ ਸੀ ਵੀ ਇੱਥੇ ਵੀ ਆਪਣਾ ਜੋ ਕੁਛ ਉਹਨਾਂ ਵਾਸਤੇ ਭਜਨ ਬਾਣੀ ਪਾਠ ਕੀਤਾ ਜਾ ਸਕੇ ਉਹ ਕੀਤਾ ਗਿਆ। ਇਹਨਾਂ ਦਾ ਪਰਿਵਾਰ ਬਹੁਤ ਸ਼ਰਧਾ ਵਾਲਾ ਸਾਰਾ ਹੀ। ਇਹਨਾਂ ਜਿਨ੍ਹਾਂ ਨਾਲ ਮੈਨੂੰ ਮਿਲਣ ਦਾ ਮੌਕਾ ਮਿਲਿਆ ਸਾਰੇ ਭਜਨ ਬਾਣੀ ਕਰਨ ਵਾਲੇ ਨੇ। ਤੁਸੀਂ ਇਹ ਵੇਖੋ ਕਿ ਸਾਰੀ ਰਚਨਾ ਭਗਵਾਨ ਦੀ ਰਚੀ ਹੋਈ ਹੈ। ਭਗਵਾਨ ਨੂੰ ਕਈ ਵਾਰ ਕਈ ਆਦਮੀ ਇਹ ਇਸ ਤਰ੍ਹਾਂ ਉਤਾਂਹ ਨੂੰ ਹੱਥ ਕਰਕੇ ਕਹਿ ਦਿੰਦੇ ਨੇ ਉੱਤੇ ਹੈ ਭਗਵਾਨ, ਪਰ ਭਗਵਾਨ ਕੌਣ ਹੈ? ਗੁਰਬਾਣੀ ਅਨੁਸਾਰ ਜਿਹੜਾ ਲਿਖਿਆ ਨਾ ਉਹਦੇ ਕੋਈ ਵੀ ਭਗਵਾਨ ਬਣ ਸਕਦਾ। ਸੁੱਖ ਦੁੱਖ ਜੇ ਪਰਸੈ ਨਹੀਂ, ਲੋਭ ਮੋਹ ਅਭਿਮਾਨ, ਕਹੋ ਨਾਨਕ ਸੁਣ ਰੇ ਮਨਾ, ਹੁਣੇ ਤੁਸੀਂ ਸੁਣਿਆ ਸੋ ਮੂਰਤ ਭਗਵਾਨ। ਉਹ ਇਸ ਤਰ੍ਹਾਂ ਹੋ ਜਾਂਦੇ ਨੇ ਜਿਸ ਤਰ੍ਹਾਂ ਕਬੀਰ ਜੀ ਨੇ ਲਿਖਿਆ, ਜਿਉਂ ਜਲ ਮੈਂ ਜਲ ਪੈਸ ਨਾ ਨਿਕਸੈ, ਤਿਉ ਟੁਰ ਮਿਲਿਓ ਜੁਰਾਹੋ। ਕਬੀਰ ਜੁਰਾਹ ਕਹਿੰਦਾ ਕਿ ਜਿਸ ਤਰ੍ਹਾਂ ਪਾਣੀ ਵਿੱਚ ਪਾਣੀ ਪੈ ਜਾਏ ਨਾ ਉਹਨੂੰ ਪਛਾਣ ਨਹੀਂ ਸਕਦਾ ਵੀ ਪਹਿਲਾ ਪਾਣੀ ਕਿਹੜਾ ਸੀ ਦੇ ਵਿੱਚ ਪਿਆ ਜਿਹੜਾ ਕਿਹੜਾ ਉਹ ਇਸ ਤਰ੍ਹਾਂ ਭਗਵਾਨ ਦੇ ਵਿੱਚ ਸਮਾ ਜਾਂਦੇ ਨੇ। ਇਹਦੇ ਵਾਸਤੇ ਬਹੁਤ ਸਾਰੀਆਂ ਕਥਾਵਾਂ ਨੇ ਜਿਨ੍ਹਾਂ 'ਤੇ ਸਤਿਗੁਰੂ ਕਿਰਪਾ ਕਰਦਾ, ਉਹਨਾਂ ਨੂੰ ਇਸ ਚੀਜ਼ ਦਾ ਪਤਾ ਵੀ ਲੱਗਦਾ, ਪਰ ਉਹ ਭਗਵਾਨ ਦੀ ਕੀਤੀ ਹੋਈ ਨੂੰ ਟਾਲਦੇ ਨਹੀਂ। ਸੰਤ ਕੇਸਰ ਸਿੰਘ ਜੀ ਚਵੰਡੇ ਵਾਲੇ, ਉਹਨਾਂ ਨੇ ਹੋਲਾ ਮੰਗਿਆ ਗੁਜਰਾਂ ਵਾਲੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਕੋਲੋਂ। ਬਹੁਤ ਪਹੁੰਚੇ ਹੋਏ ਸਾਧੂ ਸਨ। ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਇੱਕ ਵਾਰ ਆਉਣਾ ਸੀ ਅਤੇ ਉਹਨਾਂ ਨੇ ਸਾਧ ਸੰਗਤ ਨੇ ਆਖਿਆ ਵੀ ਚਲੋ ਸਟੇਸ਼ਨ 'ਤੇ ਸਤਿਗੁਰਾਂ ਦੇ ਦਰਸ਼ਨ ਕਰ ਲਓ। ਉਹਨਾਂ ਨੇ ਆਖਿਆ ਮੇਰੇ ਨਾਲ ਤਾਂ ਉਹ ਫਲਾਣੇ ਸਟੇਸ਼ਨ ਤੋਂ ਵਚਨ ਵਿਲਾਸ ਕਰਦੇ ਆਏ ਨੇ, ਮੇਰੇ ਤਾਂ ਕੋਲ ਰਹਿੰਦੇ ਨੇ ਹਰ ਵੇਲੇ ਸਤਿਗੁਰੂ ਪ੍ਰਤਾਪ ਸਿੰਘ। ਜਿਸ ਵੇਲੇ ਹੋਲੇ ਦਾ ਸਮਾਂ ਆਇਆ ਅਤੇ ਉਦੋਂ ਪਹਿਲਾਂ ਸੰਤਾਂ ਦਾ ਅੰਤ ਦਾ ਸਮਾਂ ਆ ਗਿਆ। ਸੰਤਾਂ ਨੂੰ ਸਾਧ ਸੰਗਤ ਨੇ ਅਰਜ਼ ਕੀਤੀ ਵੀ ਸੰਤ ਜੀ ਤੁਸੀਂ ਚੱਲੇ ਹੋ, ਤੁਸੀਂ ਹੋਲਾ ਕਰਾਉਣਾ ਸੀ। ਉਹਨਾਂ ਆਖਿਆ ਤੀਜੀ ਵੇਰ ਹੋ ਗਈ ਹੈ, 2 ਵਾਰੀ ਅੱਗੇ ਵਚਨ ਮੋੜਿਆ, ਮੈਂ ਨਹੀਂ ਗਿਆ, ਹੁਣ ਤੀਜੀ ਵਾਰੀ ਮੈਂ ਮੋੜਾਂ ਅਤੇ ਫਿਰ ਮੈਂ ਆਪਣੇ ਖਸਮ ਤੋਂ ਲਾਂਭੇ ਹੋਵਾਂ, ਇਹ ਨਹੀਂ ਹੋ ਸਕਦਾ। ਇਸ ਤਰ੍ਹਾਂ ਵੀ ਦੱਸਦੇ ਸਨ ਉਹ। ਉਹਨਾਂ ਨੇ ਆਖਿਆ ਵੀ ਆਹ ਜਿਹੜੀ ਚਾਦਰ ਸੁੱਕਣੀ ਪਾਈ ਹੈ ਨਾ ਕੱਪੜੇ ਦੇ ਉੱਤੇ, ਆਪਣੇ ਮੰਜੇ ਦੇ ਉੱਤੇ, ਇਹਦੇ 'ਤੇ ਹੁਣ ਕੁੱਤੇ ਨੇ ਆਉਣਾ ਅਤੇ ਉਤਰ ਜਾਣਾ। ਉਹਨਾਂ ਨੂੰ ਇੰਨੀ ਗੱਲ ਦਾ ਵੀ ਪਤਾ ਹੁੰਦਾ, ਪਰ ਉਹ ਗੱਲ ਨੂੰ ਟਾਲਦੇ ਨਹੀਂ। ਇੱਕ ਕਥਾ ਲਿਖੀ ਹੈ ਰਾਜੇ ਜਨਕ ਦੇ ਵੇਲੇ ਦੀ, ਕਿ ਰਾਜਾ ਜਨਕ ਜਿਹੜਾ ਸੀ ਨਾ ਉਹ ਰਾਤ ਨੂੰ ਵੀਰ ਯਾਤਰਾ ਕਰਦਾ ਸੀ। ਵੀਰ ਯਾਤਰਾ ਕਰਦਿਆਂ ਕਰਦਿਆਂ ਰਾਤ ਉਸਨੇ ਵੇਖਿਆ ਇੱਕ ਚੀਜ਼ ਦੇ ਵਿੱਚ ਜੀ ਕਿ ਇੱਕ
औरत मरी पई है तो बच्चा उसका थन मूँह च पा के चुंघ रहा, वो सोचता भी की बनया। एक होर औरत कोलों दी लंघी, वो जो कोलों दी लंघी तो वो हस पई। राजे ने पूछा तू हस पई है, ये की है अंदर? उन्हें आख्या मैनू पता हैगा पर मैनू वेल नहीं दसन दा, मैं सिर्फ तुहानूं दस रहा कि वो जिहड़े भगवान दे सेवक होंदे ने ना, वो भगवान की कीती नूं टालदे नहीं। साडा भी जिथे प्यार हुंदा ना असीं नहीं टालदे, पर जिन्हां दा उत्थे प्यार हुंदा वो जो हर जो कुछ करे सो हर क्या भगता पाया, जो भगवान करदा उन्हां नूं चंगा लगदा। उन्हें आख्या मैनूं वेल नहीं दसन दा। उन्हें आख्या भी वेल क्यों नहीं? उन्हें आख्या मैं अपने पति वास्ते पानी भर के ते फलानी ड्योढ़ी थन लंघना, वो मेरे उत्ते डिग पैनी, मैं मर जाना, मेरा वक्त आ गया जान का। उन्हें आख्या तू लंघ ही ना उत्थों दी। वो आंदी है ये नहीं हो सकती, कक्का कारण करता सोऊ, लिखियो लेख ना मेट तकऊ, नहीं होत कछ दो बारा, करण हार ना भूलन हारा। उन्हें आख्या फिर जे तू ये वेखना है ना तो तू चली जाई, चलिया जावी राजे जिहड़ा रावण है ना, रावण के घर एक लड़की पैदा होनी है, तो लड़की एक भंगी दे लड़के नाल विआही जानी है, तो उन्होंने आख तुम भी इकट्ठे हो गए ना टाल दिओ, ये होनी जे तुसीं टाल सकदे हो। वो समा आया, वो माई चढ़ाई कर गई उस तरह ही। तो राजे जनक नूं ये यकीन हो गया भी जिहड़ी इहने गल आखी सी ठीक है, इहनूं पता है। उन्हें फिर जाके रावण नूं आख्या कि तेरे घर जिहड़ी लड़की पैदा होनी है वो तेरे महल दे विच भंगी है कोई, उहदे लड़के नाल विआही जानी है। उन्हें फिर बहुत आराधना की, शिवजी विष्णु ब्रह्मा आदि नूं आराध्या। वो आए तो उन्होंने आखन लगे भई यह गल होनी है तो तुसीं हटा दिओ। उन्हें आख्या ये असीं नहीं टाल सकते, ये उस वेले वक्त पता लगेगा, असीं कुछ नहीं दस सकते ये बारे। बहुत कुछ उन्हें आख्या पर वो गल ना मनी। वो समा आया, रावण की लड़की पैदा हुई तो उधर भंगी का लड़का पैदा हो गया। रावण ने उस लड़के नूं सद के मारन की कोशिश की कि उन्हें मार दिता जाए। भगवान की रचना वो अगे कोई खलो नहीं सकता, वो सब दे मन बदल दिंदा। महल दे विच रौला पै गया भी तू इस बच्चे नूं क्यों मारन लगा, तू इहनूं कोई निशानी ला के इहनूं बाहर सुट्टिया जाके जिसे सुट्टना। उन्हें उहदे पैर का अंगूठा कट के ते उहनूं जाके एक फट्टे ते पा के समुद्र दे विच तार दिता। वो तरदा तरदा एक कंढे ते जाके लग गया। पूरी अकाल पुरख वालों पालना पोसना होंदी रही, वड्डा होया, उन्हें जहाज़ रानी का काम सीखिया, जहाज़ विच बैठ के तो वो एक कंढे ते जाके लग्या, उत्थों का राजा मर गया सी। उन्होंने उसनूं राजा बना दिता। उसने राज का काम बहुत वधिया चलाया। रावण नूं पता लगा, उन्हें उन्होंने सुनिया घल्लिया कि मेरी लड़की की शादी तेरे नाल करनी है। उन्हें जवाब देता मैं नहीं करनी। फिर रावण आप गया, आप जाके ते उन्होंने बहुत तरले करके मिन्नतां करके उन्होंने मनाया। वो भगवान की इच्छा सी, वो मन गया, उसकी शादी हो गई। शादी हो गई तो फिर रावण ने आवाहन करके ब्रह्मा विष्णु तो शिवजी विध माता नूं आख्या भी तुसीं आंदे सोए नहीं हट सकदी, वेखो मेरी लड़की राजे के लड़के नाल विआही गई है। उन्हें आख्या तू निशानी लाई सी उन्होंने? उन्हें आख्या हाँ लाई सी। उन्हें वेख्या तो अंगूठा कट्टिया उसदा। तो जो कुछ अकाल पुरख की इच्छा है वो मुताबिक चलता है, पर वो भगतां नूं ही वो चंगा लगता। जिथे किसी का प्यार हुंदा उत्थे उन्हें चंगा लगता, दूसरे नूं नहीं चंगा लगता। वो भगती जिहड़ी है ना भगवान की, वो है तो बड़ी सौखी भी पर मुश्किल भी बड़ी है। सौखी इस तरह है कि वो जो करे ना वो आदमी नूं चंगा लगन लग पवे, बस यो भगती है। तो जे उन्होंने अगे कोई डिके डावे वो भगत नहीं रह जाता। जिहड़ा आदमी माया दे विच लग जाता है उसकी बुरी हालत करती है माया। बाणी सगुरां ने लिखिया जब कछ पावै तब गर्व करता है, माया गई तब रोवन लगता है। ये हालत हो जाती है उसकी। पर भगतां वास्ते लिखिया है पवन झुलारे माया दे, हर के भगत सदा थिर से। उन्होंने कुछ नहीं कर सकती माया, जिन्हां ते भगवान की कृपा होंदी है। तो लाला मेला राम जी ते बहुत कृपा सी, वो बहुत सत्संगी सन।
ਭਜਨ ਕਰਦੇ ਸਨ, ਬਾਣੀ ਪੜ੍ਹਦੇ ਸਨ। ਮੰਤਰ ਉਹਨਾਂ ਨੇ ਇਹ ਸਾਡਾ ਨਾਮਧਾਰੀ ਵਾਲਾ ਜਿਹੜਾ ਸਤਿਗੁਰੂ ਰਾਮ ਸਿੰਘ ਦਾ ਜਾਂ ਗੁਰੂ ਨਾਨਕ ਵਾਲਾ ਮੰਤਰ ਇਹ ਲਿਆ ਹੋਇਆ ਸੀ ਅਤੇ ਬਹੁਤ ਨਾਮ ਸਿਮਰਨ ਕਰਦੇ ਸਨ। ਇਸੇ ਤਰ੍ਹਾਂ ਹੀ ਉਹਨਾਂ ਦਾ ਅਸਰ ਹੋਣ ਕਰਕੇ ਯੋਗੇਸ਼ ਦੀ ਬਹੁਤ ਕਿਰਪਾ ਸੀ। ਉਹ ਵੀ ਬਹੁਤ ਸਤਸੰਗੀ ਰਹੇ ਨੇ, ਭਜਨ ਕਰਦੇ ਰਹੇ ਨੇ। ਸੋ ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਇਹ ਮੇਲ ਹੋਇਆ। ਸਤਿਗੁਰੂ ਕਿਰਪਾ ਕਰਨ ਉਹਨਾਂ ਦੇ ਪਰਿਵਾਰ ਦੇ ਜੀ ਅੱਗੋਂ ਵੀ ਭਜਨ ਬਾਣੀ ਕਰਨ ਵਾਲੇ ਹੋਣ, ਤਾਂ ਕਿ ਜਦੋਂ ਇਸ ਸੰਸਾਰ ਤੋਂ ਜਾਣਾ, ਉਹ ਹਰ ਹਾਲਤ ਜਾਣਾ, ਉਹ ਕੋਈ ਰੋਕ ਨਹੀਂ ਸਕਦਾ। ਕਿਸੇ ਨੂੰ ਆਖੀਏ ਵੀ ਤੂੰ ਅੰਗਰੇਜ਼ੀ ਪੜ੍ਹ ਲੈ, ਤੂੰ ਵਲੈਤ ਜਾਣਾ, ਉਹ ਆਖਿਆ ਜੀ ਮੈਥੋਂ ਅੰਗਰੇਜ਼ੀ ਨਹੀਂ ਪੜ੍ਹੀ ਜਾਂਦੀ, ਮੈਂ ਵਲੈਤ ਜਾਣੋ ਰਿਹਾ, ਮੈਂ ਨਹੀਂ ਜਾਂਦਾ ਵਲੈਤ। ਇਹ ਤਾਂ ਗੱਲ ਮੰਨੀ ਜਾ ਸਕਦੀ ਹੈ। ਪਰ ਜੇ ਕਿਸੇ ਨੂੰ ਆਖੇ ਤੂੰ ਭਜਨ ਬਾਣੀ ਕਰ, ਸਤਸੰਗ ਕਰ, ਤੂੰ ਮਰ ਜਾਣਾ, ਤੂੰ ਆਖੇ ਮੇਰੇ ਤੋਂ ਸਤਸੰਗ ਨਹੀਂ ਹੁੰਦਾ, ਮੈਂ ਨਹੀਂ ਮਰਦਾ, ਕੋਈ ਗੱਲ ਨਹੀਂ, ਇਹ ਹੋ ਨਹੀਂ ਸਕਣਾ। ਇਹ ਤਾਂ ਹਰ ਹਾਲਤ 'ਚ ਹੋਣਾ, ਇਹਨੂੰ ਕੋਈ ਰੋਕ ਨਹੀਂ ਸਕਦਾ। ਸੋ ਉੱਦਮ ਬਹੁਤ ਸਾਰੇ ਅਸੀਂ ਕਰਦੇ ਹਾਂ, ਪਰ ਜਿਹੜਾ ਸਤਿਗੁਰਾਂ ਨੇ ਬਾਣੀ 'ਚ ਲਿਖਿਆ ਸਗਲ ਉੱਦਮ ਤੇ ਉੱਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ, ਮੈਂ ਇਹ ਅਰਜ਼ ਕਰਕੇ ਆਗਿਆ ਲਵਾਂਗਾ। परम सत्कारयोग साध संगत, मन बिरती इकागर करने ਲਈ, ਰਸਨਾ ਪਵਿੱਤਰ ਕਰਨ ਲਈ ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ। ਇਹ ਨੌਜਵਾਨਾਂ ਦਾ ਇਕੱਠ ਨਾ ਭਾਵੇਂ ਮੇਰੇ ਲੱਗ ਗਿਆ, ਪਰ ਇਹ ਕਿਰਪਾ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਕੀਤੀ। ਸਤਿਗੁਰਾਂ ਦੇ ਉਪਦੇਸ਼ ਸੁਣੋ ਤੁਸੀਂ, ਕੋਈ ਬੁੱਢੇ ਕੁਛ ਨਹੀਂ ਕਰ ਸਕਦੇ, ਬੱਚੇ ਕੁਛ ਨਹੀਂ ਕਰ ਸਕਦੇ, ਨੌਜਵਾਨ ਜਿਹੜੇ ਨੇ ਉਹ ਸਾਰਾ ਕੁਛ ਕਰ ਸਕਦੇ ਨੇ। ਕਿਸੇ ਵੀ ਕੰਮ ਨੂੰ ਲੈ ਕੇ ਤੁਰਨ ਅੱਗੇ, ਉਹ ਕੰਮ ਸਿਰੇ ਚੜ੍ਹ ਸਕਦਾ। ਤੁਸੀਂ ਜਿੱਥੇ ਇੰਨਾ ਉੱਦਮ ਕੀਤਾ, ਐਤਕਾਂ ਤੁਸੀਂ ਜਿਹੜੇ ਸਾਡੇ ਪ੍ਰਬੰਧਕ ਨੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਇਸ ਗੱਲ ਦੇ ਉੱਤੇ, ਅਤੇ ਸ਼ਾਬਾਸ਼ ਹੈ ਜੇ ਲਿਖਦੇ ਭਈ ਅੱਗੇ ਨਾਲੋਂ ਗਿਣਤੀ ਕਿੰਨੀ ਵਧਾ ਦਿੱਤੀ ਹੈ। ਅਤੇ ਠੀਕ ਜਥੇਬੰਦਕ ਤਰੀਕੇ ਨਾਲ ਰਹੇ ਨੇ, ਬਾਹਰ ਅੰਦਰ ਜਾਣਾ ਆਉਣਾ ਉਹਨਾਂ ਨੇ ਨਹੀਂ ਜਾਣ ਦਿੱਤਾ। ਅਤੇ ਜਿਹੜੇ ਬੱਚੇ ਨਹੀਂ ਗਏ, ਜਿਨ੍ਹਾਂ ਦਾ ਬੜਾ ਜੀਅ ਕਰਦਾ ਸੀ ਵੀ ਅਸੀਂ ਕਟਾਣੀ ਜਾਈਏ, ਫਲਾਣੀ ਥਾਂ ਜਾਈਏ, ਉਹ ਵੀ ਜਿਹੜੇ ਆਪਣੇ ਮਨ ਨੂੰ ਬੰਨ੍ਹ ਕੇ ਇੱਥੇ ਰਹੇ ਨੇ, ਉਹਨਾਂ ਦੇ ਵੀ ਸ਼ਾਬਾਸ਼ ਹੈ। ਇੱਥੇ ਆਉਣਾ ਹੀ ਇਸ ਵਾਸਤੇ ਹੈ ਕਿ ਆਪਣੇ ਮਨ ਨੂੰ ਬੰਨ੍ਹ ਕੇ ਰੱਖਣਾ, ਅਤੇ ਲਾਲਚ ਵਾਲੇ ਪਾਸੇ ਧਿਆਨ ਨਹੀਂ ਦੇਣਾ। ਉਹ ਤੁਲਸੀਦਾਸ ਜੀ ਦਾ ਇੱਕ ਦੋਹਰਾ ਕਵੀ ਜੋਨ ਸਿੰਘ ਸੁਣਾਉਂਦੇ ਨੇ, ਮੈਨੂੰ ਪੂਰੇ ਤਰ੍ਹਾਂ ਨਹੀਂ ਯਾਦ। ਗੋ ਤਨ, ਰਾਜ ਤਨ, ਬਾਜ ਤਨ, ਔਰ ਰਤਨ ਤਨ ਖਾਨ, ਜਾਂ ਆਵੇ ਸੰਤੋਖ ਤਨ, ਸਭ ਤਨ ਧੂੜ ਸਮਾਨ। ਜਦੋਂ ਸੰਤੋਖ ਆ ਜਾਵੇ, ਸਾਰੇ ਤਨ ਜਿਹੜੇ ਨੇ ਬੜੇ ਛੋਟੇ ਰਹਿ ਜਾਂਦੇ ਨੇ, ਸੁਆਹ ਹੋ ਜਾਂਦੇ ਨੇ। ਸੌਖਾ ਉਹ ਹੀ ਰਹਿੰਦਾ ਜਿਹੜਾ ਇਸ ਪਾਸੇ ਨੂੰ ਛੱਡੇ ਤਗੜਾ ਹੋ ਕੇ। ਮੋਹ ਮਾਇਆ ਕੈ ਸੰਗ ਨਾ ਲੇਪ। ਸੋ ਤੁਸੀਂ ਜਿੱਥੇ ਇੰਨਾ ਕੁਛ ਕੀਤਾ, ਜਿੰਨੇ ਤੁਸੀਂ ਆਏ ਹੋ, ਇਹ ਅੱਜ ਤੋਂ ਨਿਯਮ ਕਰਕੇ ਜਾਓ। ਤੁਸੀਂ ਸਾਰੇ ਪੜ੍ਹੇ ਲਿਖੇ ਮੁੰਡੇ ਹੋ, ਕੋਈ ਇੱਕ ਤਾਂ ਪੰਜਾਂ ਬਾਣੀਆਂ ਦਾ ਪਾਠ ਇਹ ਜ਼ਰੂਰ ਕਰਿਆ ਕਰੋ, ਅਤੇ ਜਿਹੜੇ ਕਰਨ ਉਹ ਆਪਣੇ ਆਪਣੇ ਪ੍ਰਬੰਧਕਾਂ ਦੇ ਰਾਹੀਂ ਮੈਨੂੰ ਦੱਸਣ ਕਿ ਇੰਨੇ ਮੁੰਡੇ ਕਰਨ ਲੱਗੇ ਨੇ। ਅੱਗੇ ਨਾਲੋਂ ਕੀ ਵਾਧਾ ਹੋਇਆ ਸਾਡਾ। ਨਿਯਮਿਤ ਰੂਪ ਵਿੱਚ 1 ਘੰਟਾ ਨਾਮ ਸਿਮਰਨ ਜ਼ਰੂਰ ਹੋਵੇ। ਸਣੇ ਕਿਸੇ ਇਸ਼ਨਾਨ ਸੂਰਜੋਂ ਪਹਿਲੋਂ ਜ਼ਰੂਰ ਹੋਵੇ। ਸੂਰਜ ਚੜ੍ਹਦੇ ਅਤੇ ਛਿਪਦੇ ਨਾਲ ਕੋਈ ਨਾ ਸੁੱਤਾ ਹੋਵੇ। ਇੰਨੀਆਂ ਗੱਲਾਂ ਕਰੋ। ਜਦੋਂ ਜਲ ਵਰਤਣਾ, ਪਿਸ਼ਾਬ ਕਰਨਾ, ਉਦੋਂ ਜਲ ਵਰਤੋ। ਸ਼ੀਸ਼ੀਆਂ ਰੱਖੋ ਕੋਲ, ਪਵਿੱਤਰਤਾ ਕਾਇਮ ਕਰਨ ਵਾਸਤੇ। ਥੋੜ੍ਹੇ ਥੋੜ੍ਹੇ ਤੁਰੋ ਇੱਧਰ ਨੂੰ ਤਗੜੇ ਹੋ ਕੇ। ਜਿਹੜਾ ਆਖੇ ਲੱਗੇ ਉਹਨੂੰ ਇਸ ਰਾਹ ਲਾਓ। ਤੁਹਾਡੇ ਦੋਸਤ ਯਾਰ ਜਿਹੜੇ ਦਾੜ੍ਹੀਆਂ ਮੁੰਨਦੇ ਨੇ ਜਾਂ ਮਾਸ ਸ਼ਰਾਬ ਖਾਂਦੇ ਪੀਂਦੇ ਨੇ, ਉਹਨਾਂ ਨੂੰ ਹਟਾ ਕੇ ਭਜਨ ਪਛਾ ਕੇ ਸਤਿਗੁਰੂ ਰਾਮ ਸਿੰਘ ਦੇ ਮਾਰਗ 'ਤੇ ਲਾਓ। ਅਤੇ ਇਹ ਦੱਸੋ ਆ ਕੇ ਆਪਣੇ ਪ੍ਰਬੰਧਕਾਂ ਨੂੰ ਤੁਸੀਂ ਕਿੰਨਿਆਂ ਨੂੰ ਭਜਨ ਪਛਾਇਆ। ਜਿੱਤੇ ਨਾਲ ਇਹ ਗੱਲ ਸੁਣੋ। ਗੱਲਾਂ ਆਪਣੀਆਂ ਤੁਸੀਂ ਬੰਦ ਕਰਕੇ ਜੇ ਕਰਦੇ ਹੋ ਤਾਂ ਮੇਰੀ ਗੱਲ ਧਿਆਨ ਨਾਲ ਸੁਣੋ। ਤੁਸੀਂ ਜਦੋਂ 1 ਘੰਟਾ ਨਾਮ ਸਿਮਰਨ ਕਰਨਾ, ਆਪਣੇ ਮਨ ਵਿੱਚੋਂ ਸਾਰੀ ਵਿਖਾਂ ਦੂਰ ਕਰਕੇ, ਕਿਸੇ ਨਾਲ ਦੁਸ਼ਮਣੀ ਦੋਸਤੀ ਸਾਰੀ ਕੱਢ ਕੇ
तो वो कोशिश करो भी सारा टाइम 1 घंटा जो नाम सिमरन इस तरह हो। नाम सिमरन करने वेले नाम के पूरे पूरे अखर ते लगा सही लगन, ਉਹਨੂੰ ਇੰਨੇ ਪਿਆਰ ਨਾਲ ਆਖਿਆ ਜਾਵੇ ਜਿਵੇਂ ਤੁਸੀਂ ਆਪਣੇ ਪੁੱਤਰ ਨੂੰ ਜਾਂ ਪਿਓ ਨੂੰ ਜਾਂ ਕੋਈ ਭਰਾ ਨੂੰ ਜਾਂ ਬਹੁਤ ਪਿਆਰੇ ਨਾਲ ਤੁਸੀਂ ਗੱਲ ਕਰਦੇ ਹੋ, ਇਸ ਤਰ੍ਹਾਂ ਨਾਮ ਦਾ ਸਿਮਰਨ ਕੀਤਾ ਜਾਵੇ। ਸਤਿਗੁਰ ਸੇਵ ਪਿਆਰ। ਸਤਿਗੁਰੂ ਕਿਰਪਾ ਕਰਨ, ਸਤ ਸੰਤੋਖ ਦਇਆ ਧਰਮ ਸਾਡੇ ਅੰਦਰ ਆਵੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਡੇ ਅੰਦਰੋਂ ਨਿਕਲ ਜਾਵੇ। ਇਹ ਅਰਦਾਸ ਕਰਿਆ ਕਰੋ। काम क्रोध लोभ झूठ निंदा इनते आप छिड़ावो, ए भीतर ते इनका उडारो, आपन निकट बुलावो। मैं इन्हीं अर्ज करके आगे लूँ।